ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਰੋਜ਼ਾਨਾ ਲੋਕ ਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ ਦੀ। ਸਭ ਤੋਂ ਪਹਿਲਾਂ ਗੱਲਬਾਤ ਜਿਹੜੀ ਹੈ ਉਹ ਕਰਾਂਗੇ ਕਿ ਸੁਖਬੀਰ ਬਾਦਲ ਤੋਂ ਅਸਤੀਫਾ ਮੰਗ ਲਿਆ। ਕਿਹਨੇ ਅਸਤੀਫਾ ਮੰਗਿਆ? ਕਿ ਸੁਖਬੀਰ ਬਾਦਲ ਬੁਰੇ ਘਰ ਗਏ ਨੇ ਕਿ ਹੁਣ ਅਸਤੀਫਾ ਉਹਨਾਂ ਤੋਂ ਮੰਗਿਆ ਜਿਹੜਾ ਗਿਆ ਹੈ ਕਿ ਉਹ ਲਿਆ ਵੀ ਜਾਊਗਾ ਜਾਂ ਨਹੀਂ ਲਿਆ ਜਾਊਗਾ। ਇਹ ਸਾਰੀਆਂ ਗੱਲਾਂ ਤੇ ਜਿਹੜੀ ਆ ਗੱਲਬਾਤ ਕਰਾਂਗੇ। ਤਾਂ ਉਧਰ ਬੇਅਦਬੀ ਮਾਮਲਿਆਂ ਦੇ ਵਿੱਚ, ਗੋਲੀकांड ਮਾਮਲਿਆਂ ਦੇ ਵਿੱਚ ਜਿਹੜੀ ਜਾਂਚ ਚੱਲ ਰਹੀ ਸੀ, ਉਸ ਪੂਰੇ ਮਾਮਲੇ ਦੇ ਵਿੱਚ ਜਿਹੜਾ ਅਦਾਲਤੀ ਕਾਰਵਾਈ ਚੱਲ ਰਹੀ ਸੀ, ਅਦਾਲਤ ਦੇ ਕਾਰਨ ਜਿਹੜਾ ਪੰਜਾਬ ਸਰਕਾਰ ਨੂੰ ਝਟਕਾ ਲੱਗਿਆ। ਮਾਮਲਾ ਕੀ ਹੈ ਉਸ ਤੇ ਗੱਲਬਾਤ ਜਿਹੜੀ ਆ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਹੁਣ ਆਮ ਆਦਮੀ ਪਾਰਟੀ ਸਰਕਾਰ ਦੇ ਹੱਥ ਜਿਹੜੇ ਆ ਉਹ ਇੱਕ ਹੋਰ ਕਾਂਗਰਸ ਦੇ ਮੰਤਰੀ ਵੱਲ ਵੱਧ ਰਹੇ ਨੇ, ਜਿਹਦੇ ਵੱਲ ਵਧਣ ਦੀ ਉਮੀਦ ਨਹੀਂ ਸੀ ਕੀਤੀ ਜਾ ਰਹੀ। ਕਿਹੜੇ ਉਹ ਮੰਤਰੀ ਨੇ, ਕਿਹਦੇ ਵੱਲ ਹੱਥ ਵਧ ਰਹੇ ਨੇ, ਉਸ ਤੇ ਜਿਹੜੀ ਆ ਉਹ ਗੱਲਬਾਤ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਆਮ ਆਦਮੀ ਪਾਰਟੀ ਦਾ ਇੱਕ ਅਜਿਹਾ ਵਿਧਾਇਕ ਜਿਹੜਾ ਪਿਛਲੇ ਆਪਣੇ ਕਈ ਕਾਰਨਾਮਿਆਂ ਦੇ ਕਰਕੇ ਚਰਚਾ 'ਚ ਰਿਹਾ ਤੇ ਹੁਣ ਇੱਕ ਵਾਰ ਫਿਰ ਤੋਂ ਉਹ ਵਿਵਾਦਾਂ ਦੇ ਵਿੱਚ ਹੈ। ਆਖਰ ਵਿਵਾਦ ਕੀ ਹੈ ਉਸ ਤੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਰੋਜ਼ਾਨਾ ਦੀ ਤਰ੍ਹਾਂ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਸਰ, ਸਵਾਗਤ ਹੈ ਪ੍ਰੋਗਰਾਮ ਵਿੱਚ। बहुत बहुत शुक्रिया सुखविंदर। ਸਰ, ਪਹਿਲਾਂ ਆਪਾਂ ਜਿਹੜੀ ਆ ਸੁਖਦੇਵ ਸਿੰਘ ਢੀਂਡਸੇ ਵਾਲੀ ਗੱਲ ਕਰ ਲੈਂਦੇ ਆ, ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਵਾਲੀ ਗੱਲ ਕਰ ਲੈਂਦੇ ਆ। ਕੱਲ ਸੁਖਦੇਵ ਸਿੰਘ ਢੀਂਡਸਾ ਇੱਕ ਵੱਡੇ ਵਫਦ ਦੇ ਨਾਲ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਦੇ ਆ ਤੇ ਉੱਥੇ ਜਾ ਕੇ ਇੱਕ ਮੰਗ ਪੱਤਰ ਦਿੰਦੇ ਆ ਕਿ ਕਹਿੰਦੇ ਜੇ ਪੰਥ ਨੂੰ ਬਚਾਉਣਾ ਹੈ, ਜੇ ਪੰਥ ਦੀ ਰਾਖੀ ਕਰਨੀ ਆ ਤਾਂ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਹੈ ਉਹਨਾਂ ਦੇ ਸਾਰੇ ਪ੍ਰਧਾਨਾਂ ਤੋਂ ਜਿਹੜਾ ਅਸਤੀਫਾ ਲੈ ਲਓ। ਉਹ ਮੈਨੂੰ ਲੱਗਦਾ ਕਾਰਨ ਸਾਰੇ ਪ੍ਰਧਾਨਾਂ ਤੋਂ ਅਸਤੀਫਾ ਲੈਣ ਦਾ ਨਹੀਂ, ਕਾਰਨ ਸੁਖਬੀਰ ਸਿੰਘ ਬਾਦਲ ਤੋਂ ਅਸਤੀਫਾ ਲੈਣ ਦਾ। ਤੇ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਇਹ ਗੱਲ ਕਹਿੰਦੇ ਰਿਹਾ ਕਿ ਸਾਰੀਆਂ ਧਿਰਾਂ ਨੂੰ ਪੰਥ ਦੇ ਲਈ ਇਕੱਠੇ ਹੋਣਾ ਚਾਹੀਦਾ ਹੈ, ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਵੀ ਇਕੱਠੇ ਹੋਣਾ ਚਾਹੀਦਾ ਹੈ। ਤੇ ਜੇ ਢੀਂਡਸਾ ਨੇ ਇਹੋ ਜਿਹੀ ਜਾ ਕੇ ਪਹਿਲ ਕੀਤੀ ਹੈ ਕਿ ਮੈਂ ਵੀ ਅਸਤੀਫਾ ਪ੍ਰਧਾਨ ਦੇ ਤੌਰ ਤੇ ਦਊਂਗਾ, ਬਾਕੀ ਅਕਾਲੀ ਦਲ ਵਾਲਿਆਂ ਤੋਂ ਵੀ ਲਓ ਤੇ ਤੁਸੀਂ ਜਿਹੜਾ ਅਕਾਲ ਤਖਤ ਸਾਹਿਬ ਦੇ ਝੰਡੇ ਦੇ ਹੇਠਾਂ ਸਾਰੇ ਅਕਾਲੀ ਦਲਾਂ ਨੂੰ ਜਿਹੜਾ ਉਹ ਇਕੱਠਾ ਕਰੋ, ਪੰਥ ਨੂੰ ਇਕੱਠਾ ਕਰੋ। ਕੀ ਲੱਗਦਾ ਹੈ ਕਿ ਹੁਣ ਸੁਖਬੀਰ ਦਾ ਅਸਤੀਫਾ ਜਥੇਦਾਰ ਸਾਹਿਬ ਮੰਨਣਗੇ ਔਰ ਢੀਂਡਸਾ ਸਾਹਿਬ ਦੀ ਜਿਹੜੀ ਇਹ ਮੰਗ ਨੂੰ ਤੁਸੀਂ ਕਿਵੇਂ ਦੇਖਦੇ? ਸੁਖਵਿੰਦਰ ਜੀ, ਬੜਾ ਵਧੀਆ ਪ੍ਰਸ਼ਨ ਤੁਸੀਂ ਅਕਾਲੀ ਦਲ ਦੀ ਜਿਹੜੀ ਮੌਜੂਦਾ ਸਥਿਤੀ ਹੈ ਜਾਂ ਉਸ ਤੇ ਏਕੇ ਨੂੰ ਲੈ ਕੇ ਕੀਤਾ। ਇਹਦੇ ਸੰਬੰਧੀ ਆਪਾਂ ਗੱਲ ਕਰਦੇ ਹਾਂ, ਪਰ ਇੱਕ ਗੱਲ ਜਿਹੜੀ ਸਭ ਤੋਂ ਪਹਿਲਾਂ ਕਰਨੀ ਬਣਦੀ ਆ, ਉਹ ਖਬਰ ਇੱਕ ਬੜੀ ਮਹੱਤਵਪੂਰਨ ਖਬਰ ਸੀ ਤੇ ਜਨਰਲੀ ਮੈਂ ਕਿਹਾ ਆਪਾਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰ ਦਈਏ। ਸੁਖਵਿੰਦਰ, ਅੱਜ ਇੱਕ ਪੰਜਾਬੀ ਅਖਬਾਰ 'ਚ ਖਬਰ ਛਪੀ ਆ ਤੇ ਜਿਸਨੇ ਬੜਾ ਧਿਆਨ ਖਿੱਚਿਆ ਕਿ ਜਿਹੜੇ ਸਰਕਾਰੀ ਪੰਜਾਬ ਦੇ ਬਾਲ ਘਰ ਨੇ 2013 ਤੋਂ ਲੈ ਕੇ ਤੇ 2020 ਤੱਕ 9384 ਬੱਚੇ ਗੁੰਮ ਹੋਏ ਨੇ ਤੇ ਜਿਨ੍ਹਾਂ ਦੇ ਵਿੱਚੋਂ 8300 ਬੱਚੇ ਜਿਹੜੇ ਲੱਭ ਗਏ ਨੇ ਤੇ 1430 ਬੱਚੇ ਜਿਹੜੇ ਅਜੇ ਤੱਕ ਨਹੀਂ ਲੱਭੇ ਤੇ ਜਿਨ੍ਹਾਂ ਦੇ ਵਿੱਚੋਂ 1100 ਕੁੜੀਆਂ ਨੇ ਤੇ ਬਾਕੀ ਲੜਕੇ ਆ। ਇਹ 1430 ਬੱਚੇ ਅਜੇ ਤੱਕ ਲੱਭੇ ਨਹੀਂ। ਇਹ ਖਬਰ ਨੇ ਝੰਜੋੜ ਕੇ ਰੱਖ ਦਿੱਤਾ ਕਿ ਸਰਕਾਰੀ ਬਾਲ ਘਰਾਂ ਦੇ ਵਿੱਚ ਕਿਹੋ ਜਿਹੀ ਜਿਹੜੀ ਸਥਿਤੀ ਆ, ਇਹਨਾਂ ਬਚਪਨਾ ਬਾਲ ਛੋਟੇ ਬੱਚਿਆਂ ਦੀ ਜਿਹੜੇ ਗਵਾਚ ਜਾਂਦੇ ਆ, ਕਿੱਧਰ ਜਾਂਦੇ ਆ, ਕਿਉਂ ਨਹੀਂ ਲੱਭਦੇ। ਤਾਂ ਇਹਦੇ ਵੱਲ ਸਰਕਾਰ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ। ਇਹੋ ਜਿਹੀਆਂ ਖਬਰਾਂ ਕਈ ਵਾਰੀ ਨਾ ਚਾਹੁੰਦਿਆਂ ਹੋਇਆਂ ਵੀ ਧਿਆਨ ਜਿਹੜਾ ਨਾ ਉਹ ਖਿੱਚ ਲੈਂਦੀਆਂ। ਤਾਂ ਇਹ 1430 ਬੱਚੇ, ਉਹਨਾਂ ਦੇ ਮਾਪੇ, ਉਹਨਾਂ ਦੇ ਵਾਰਸ ਕਿਸ ਹਾਲਾਤ 'ਚ ਜੀਂਦੇ ਹੋਣਗੇ ਜਿਹੜੇ ਸਰਕਾਰੀ ਬਾਲ ਘਰਾਂ ਦੇ ਵਿੱਚ ਗੁੰਮ ਹੋ ਚੁੱਕੇ ਆ। ਤਾਂ ਇਹ ਬੜੀ ਹੈਰਾਨੀਜਨਕ ਖਬਰ ਆ ਔਰ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਇਹਦੇ ਉੱਤੇ ਜ਼ਰੂਰ ਕੋਈ ਕਾਰਵਾਈ ਜਿਹੜੀ ਕਰਨ। ਬੜੀ ਮਹੱਤਵਪੂਰਨ ਖਬਰ ਜੀ। ਤਾਂ ਚਲੋ ਖੈਰ, ਮੈਂ ਤੁਹਾਡੇ ਪ੍ਰਸ਼ਨ ਵੱਲ ਆਉਣਾ। ਸੁਖਦੇਵ ਸਿੰਘ ਢੀਂਡਸਾ ਹੋਣਾ ਨੇ ਜਿਹੜੀ ਗੱਲ ਕੀਤੀ ਆ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਹੋਣਾ ਨੂੰ ਮਿਲ ਕੇ ਕਿ ਅਕਾਲੀ ਦਲਾਂ ਵਿੱਚ ਜੇਕਰ ਏਕਾ ਕਰਨਾ ਤਾਂ ਸਾਰੇ ਅਕਾਲੀ ਦਲਾਂ ਦੇ ਨਾਮ ਤੇ ਜਿੰਨੇ ਵੀ ਪਾਰਟੀਆਂ ਬਣੀਆਂ ਨੇ ਜਾਂ ਜਿੰਨੇ ਵੀ ਇਹੋ ਜਿਹੇ ਧੜੇ ਨੇ ਸਾਰੇ ਆਪੋ ਆਪਣਾ ਅਸਤੀਫਾ ਉਹ ਦੇ ਦੇਣ ਤੇ ਇੱਕ ਸਾਂਝੇ ਝੰਡੇ ਥੱਲੇ ਜਿਹੜਾ ਇੱਕ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਹੋ ਸਕੇ। ਸੁਖਵਿੰਦਰ ਜੀ, ਇਹੋ ਜਿਹੇ ਹਾਲਾਤ ਮੈਂ ਪਹਿਲਾਂ ਵੀ ਵੇਖੇ ਆ। ਮੈਨੂੰ ਯਾਦ ਆ ਕਿ ਜਦੋਂ ਇੱਕ ਵਾਰੀ ਸਿਮਰਜੀਤ ਸਿੰਘ ਮਾਨ ਹੋਣਾ ਦੀ ਚੜ੍ਹਤ ਹੋਈ ਤਾਂ ਉਸ ਵਕਤ ਵੀ ਜਿਹੜੇ ਉਸ ਸਮੇਂ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ, ਸਾਰਿਆਂ ਕੋਲੋਂ ਅਸਤੀਫਾ ਮੰਗ ਕੇ ਇੱਕ ਸਾਂਝਾ ਸ਼੍ਰੋਮਣੀ ਅਕਾਲੀ ਦਲ ਬਣਾ ਦਿੱਤਾ ਗਿਆ। ਪਰ ਬੜੀ ਇੰਟਰਸਟਿੰਗ ਗੱਲ ਆ ਸੁਖਵਿੰਦਰ ਜੀ, ਉਸ ਵੇਲੇ ਸਾਰਿਆਂ ਨੇ ਅਸਤੀਫੇ ਤੇ ਦਿੱਤੇ ਸੀ ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅਸਤੀਫਾ ਨਹੀਂ ਸੀ ਦਿੱਤਾ, ਬਲਕਿ
ਬੜਾ ਵੱਡਾ ਜੱਥਾ ਲੈ ਕੇ ਘੱਟ ਤੋਂ ਘੱਟ 2,500 ਮਰਜੀਵੜੇ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਕਹਿੰਦਾ, ਉਹ ਮਰਜੀਵੜੇ ਲੈ ਕੇ ਅਕਾਲ ਤਖਤ ਸਾਹਿਬ ਤੇ ਪ੍ਰਕਾਸ਼ ਸਿੰਘ ਬਾਦਲ ਜਾ ਚੜਿਆ ਤੇ ਰਣਜੀਤ ਸਿੰਘ ਬ੍ਰਹਮਪੁਰੇ ਨੇ ਅਕਾਲ ਤਖਤ ਸਾਹਿਬ ਦੇ ਥੱਲੇ ਖਲੋ ਕੇ ਜਥੇਦਾਰ ਨੂੰ ਨੰਗੀਆਂ ਗਾਲਾਂ ਕੱਢੀਆਂ ਸੀ। ਇਹ ਇਤਿਹਾਸ ਗਵਾਹ ਹੈ ਕਿ ਉਦੋਂ ਵੀ ਇਹ ਹੋਈ ਗੱਲ ਕਿ ਠੀਕ ਆ ਜੀ, ਇਹ ਇੱਕ ਤਰੀਕੇ ਨਾਲ ਇੱਕ ਸਾਂਝਾ ਅਕਾਲੀ ਦਲ ਬਣਾ ਲਿਆ ਜਾਵੇ। ਉਸ ਵਕਤ ਵੀ ਸਾਂਝਾ ਅਕਾਲੀ ਦਲ ਬਾਕੀ ਸਾਰੇ ਅਕਾਲੀ ਦਲਾਂ ਨੇ ਅਸਤੀਫੇ ਦੇ ਦਿੱਤੇ ਸੀ, ਨਹੀਂ ਸੀ ਦਿੱਤਾ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਨਹੀਂ ਸੀ ਦਿੱਤਾ, ਪੂਰਾ ਜਾ ਕੇ ਲਾਮ ਲਸ਼ਕਰ ਲੈ ਕੇ ਅਕਾਲ ਤਖਤ ਸਾਹਿਬ ਤੇ ਇੱਕ ਕਿਸਮ ਦਾ ਉਹਨੇ ਹਮਲਾ ਬੋਲਿਆ। ਜਥੇਦਾਰ ਸੇਵਾ ਸਿੰਘ ਸੇਖਵਾਂ, ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ, ਹੋਰ ਇਹੋ ਜਿਹੇ ਸਿਪਾਹ ਸਲਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਸੀ। ਤੇ ਬ੍ਰਹਮਪੁਰੇ ਨੇ ਜਿਹੜੀਆਂ ਨੰਗੀਆਂ ਗਾਲਾਂ ਕੱਢੀਆਂ ਅਕਾਲ ਤਖਤ ਦੇ ਥੱਲੇ ਖਲੋ ਕੇ, ਉਹ ਵੀ ਰਿਕਾਰਡ ਹੈਗਾ, ਇਸ ਗੱਲ ਨੂੰ ਸਾਰੀ ਦੁਨੀਆ ਜਾਣਦੀ ਹੈ। ਖੈਰ ਅੱਜ ਵੀ ਸਥਿਤੀਆਂ ਉਹੀ ਆ, ਪਰ ਕੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਅਸਤੀਫਾ ਮੰਗ ਸਕਦੇ ਸੁਖਬੀਰ ਸਿੰਘ ਬਾਦਲ ਕੋਲ? ਕੀ ਸੁਖਬੀਰ ਸਿੰਘ ਬਾਦਲ ਅਸਤੀਫਾ ਦੇ ਸਕਦਾ? ਮੰਨ ਲਓ ਇੱਕ ਪੱਖ ਕਿ ਜਥੇਦਾਰ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਅਸਤੀਫਾ ਮੰਗਣ ਨੂੰ ਤਿਆਰ ਹੋ ਜਾਂਦੇ ਆ, ਅਜੇ ਜਥੇਦਾਰ ਸਾਹਿਬ ਅਸਤੀਫਾ ਮੰਗ ਹੀ ਰਹੇ ਹੋਣਗੇ, ਤਿਆਰੀ ਕਰਦੇ ਹੋਣਗੇ, ਟਾਈਪ ਕਰਦੇ ਹੋਣਗੇ ਕਿ ਹਾਂਜੀ ਸਾਰੇ ਅਕਾਲੀ ਦਲ ਜਿਹੜੇ ਅਸਤੀਫਾ ਦੇਣ, ਉਸ ਤੋਂ ਪਹਿਲਾਂ ਹੀ ਜਥੇਦਾਰ ਸਾਹਿਬ ਦੀ ਛੁੱਟੀ ਕੀਤੀ ਜਾ ਸਕਦੀ ਹੈ, ਜਥੇਦਾਰ ਨੂੰ ਘਰ ਵਾ ਭੇਜਿਆ ਜਾ ਸਕਦਾ। ਅੱਜ ਦੀ ਤਰੀਕ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਕਬਜ਼ਾ, ਉਹ ਜਿਹੇ ਸਬੰਧਾਂ ਦੇ ਵਿੱਚ ਜਾਂ ਉਸ ਪ੍ਰਸੰਗ ਦੇ ਵਿੱਚ ਇਹ ਗੱਲ ਬੜੀ ਹਾਸੋਹੀਣੀ ਲੱਗਦੀ ਆ ਕਿ ਜਥੇਦਾਰ ਹਰਪ੍ਰੀਤ ਸਾਰੇ ਅਕਾਲੀ ਦਲਾਂ ਦਾ ਅਸਤੀਫਾ ਲੈ ਕੇ ਇੱਕ ਸਾਂਝਾ ਅਕਾਲੀ ਦਲ ਬਣਾ ਦੇਣਗੇ ਤੇ ਉਹ ਪੰਥ ਦੀ ਲੜਾਈ ਲੜੇਗਾ। ਜਥੇਦਾਰ ਹਰਪ੍ਰੀਤ ਸਿੰਘ ਦੀ ਸਥਿਤੀ ਔਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਦੀ ਤਾਕਤ ਦਾ ਉਸ ਵਕਤ ਹੀ ਪਤਾ ਲੱਗ ਗਿਆ ਸੀ। ਅੱਜ ਜਦੋਂ ਬੱਦੀ ਸਿੰਘਾਂ ਦੇ ਮੁੱਦੇ ਨੂੰ ਲੈ ਕੇ ਅਸੀਂ ਇੱਕ ਸਾਂਝਾ ਉਮੀਦਵਾਰ ਖੜਾ ਕਰਦਾ ਸੀ ਤਾਂ ਜ਼ਿਆਦਾ ਜਿਹੜੀ ਗੱਲ ਜਿਹੜੀ ਬਣਦੀ ਪਈ ਸੀ ਆਪਣੇ ਸਿਮਰਜੀਤ ਸਿੰਘ ਬਾਜ ਦੇ ਨਾਂ ਤੇ ਸਹਿਮਤੀ ਬਣੀ, ਪਰ ਸੁਖਬੀਰ ਸਿੰਘ ਬਾਦਲ ਇਸ ਮੁੱਦੇ ਤੇ ਕਦੇ ਸਹਿਮਤ ਹੀ ਨਹੀਂ ਹੋਇਆ। ਤੇ ਫਿਰ ਭਵਿੱਖ ਦੇ ਵਿੱਚ ਤੁਸੀਂ ਕਿਸ ਅਕਾਲੀ ਦਲ ਦੀ, ਮਾਫ ਕਰਦਾ ਸੁਖਦੇਵ ਸਿੰਘ ਢੀਂਡਸਾ ਕਿਸ ਅਕਾਲੀ ਦਲ ਦੀ ਗੱਲ ਕਰਦੇ ਆ ਕਿ ਸਾਰੇ ਅਸਤੀਫੇ ਦੇ ਕੇ ਇੱਕ ਸਾਂਝਾ ਅਕਾਲੀ ਦਲ, ਇੱਕ ਪੰਥ ਦੀ ਭਲਾ ਕਰਨ ਵਾਲਾ ਜਾਂ ਇੱਕ ਖੇਤਰੀ ਪਾਰਟੀ ਦੇ ਰੂਪ ਵਿੱਚ ਉੱਭਰਨ ਵਾਲਾ ਅਕਾਲੀ ਦਲ ਦੀ ਲੋੜ ਆ, ਉਹ ਕਦੋਂ ਹੋ ਸਕਦਾ? ਜਿੰਨਾ ਚਿਰ ਤੱਕ ਸੁਖਬੀਰ ਸਿੰਘ ਬਾਦਲ ਆਪਣੀ ਜਿੱਦ ਨਹੀਂ ਛੱਡਦਾ, ਜਿੰਨਾ ਚਿਰ ਤੱਕ ਉਹ ਵਾਕਿਆ ਹੀ ਉਹਦੇ ਮਨ ਦੇ ਵਿੱਚ ਇਹ ਅਹਿਸਾਸ ਨਹੀਂ ਹੁੰਦਾ ਕਿ ਉਹ ਸ਼ਹੀਦਾਂ ਦੀ ਪਾਰਟੀ ਜਿਹੜੀ ਪੰਜਾਬ ਜਾਂ ਸਿੱਖਾਂ ਦੀ ਅਸੀਂ ਕਹਿ ਸਕਦੇ ਹਾਂ, ਜਿਸ ਨੇ ਇੱਕ ਲੰਮਾ ਸੰਘਰਸ਼ ਕੀਤਾ ਤੇ ਉਹਦਾ ਬੇੜਾ ਸਿਰਫ ਗਰਕ ਹੁੰਦਾ ਜਾ ਰਿਹਾ, ਤਾਂ ਸਿਰਫ ਮੇਰੇ ਕਰਕੇ ਹੁੰਦਾ ਜਾ ਰਿਹਾ, ਤੇ ਮੈਨੂੰ ਸਾਈਡ ਤੇ ਹੋ ਜਾਣਾ ਚਾਹੀਦਾ। ਜਿੰਨਾ ਚਿਰ ਤੱਕ ਇਹ ਭਾਵਨਾ ਉਸਦੇ ਦਿਮਾਗ 'ਚ ਜਾਂ ਉਸਦੇ ਦਿਲ ਵਿੱਚ ਨਹੀਂ ਹੁੰਦੀ, ਜਿਹੜੀ ਮਰਜ਼ੀ ਕੋਈ ਤਾਕਤ ਕਹਦੇ, ਨਾ ਉਹਨੇ ਅਸਤੀਫਾ ਦੇਣਾ, ਨਾ ਹੀ ਉਹ ਕਬਜ਼ਾ ਆਪਣਾ ਛੱਡੇਗਾ, ਨਾ ਹੀ ਪ੍ਰਧਾਨਗੀ ਤੋਂ ਹਟੇਗਾ। ਬਾਕੀ ਅਕਾਲੀ ਦਲ ਜਿਹੜੇ ਜਾਂਦੇ, ਅਕਾਲੀ ਦਲ ਦੀ ਜਿਹੜੀ ਸਿਚੁਏਸ਼ਨ ਹੁੰਦੀ, ਸਥਿਤੀ ਹੁੰਦੀ ਆ, ਹੋਵੇ ਨਾ ਹੁੰਦੀ ਆ, ਨਾ ਹੋਵੇ, ਉਸ ਨੂੰ ਕੋਈ ਮਤਲਬ ਨਹੀਂ। ਉਸ ਦਾ ਮਤਲਬ ਸਿਰਫ ਤੇ ਸਿਰਫ ਆਪਣੇ ਪ੍ਰਧਾਨਗੀ ਪਦ ਤੇ ਕਾਇਮ ਰਹਿਣਾ ਤੱਕ ਆ, ਉਹਨਾਂ ਚਿਰ ਤੱਕ ਜਿੰਨਾ ਚਿਰ ਤੱਕ ਸ਼੍ਰੋਮਣੀ ਅਕਾਲੀ ਦਲ ਦੀਆਂ ਹੱਡੀਆਂ ਵੀ ਜਿਹੜੀਆਂ ਨਾ ਪ੍ਰਭਾਵਿਤ ਜਿਹੜੀਆਂ ਨਹੀਂ ਹੋ ਜਾਂਦੀਆਂ, ਜੋ ਸਿਨੈਰੀਓ ਦਿਸਦਾ ਪਿਆ। ਕਾਰਨ ਇਹ ਆ ਕਿਉਂਕਿ ਅਸਲੀ ਅਕਾਲੀ ਦਲ ਸੁਖਵਿੰਦਰ ਜੀ ਉਸੇ ਨੂੰ ਹੀ ਮੰਨਿਆ ਜਾਂਦਾ ਜਿਹਦੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁੰਦੀ ਹੈ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਬਜ਼ਾ ਅੱਜ ਦੀ ਤਰੀਕ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ, ਉਹ ਅੱਜ ਵੀ ਆਪਣੇ ਆਪ ਨੂੰ ਸੁਪਰੀਮ ਸਮਝਦਾ, ਤੇ ਦੂਜੇ ਅਕਾਲੀ ਦਲ ਉਹ ਆਪਣੇ ਆਪ ਨੂੰ ਜਾਲੀ ਅਕਾਲੀ ਦਲ ਸਮਝਦੇ ਨੇ। ਬੇਸ਼ੱਕ ਉਹ ਟਕਸਾਲੀ ਹੋਵੇ, ਬੇਸ਼ੱਕ ਸਿਮਰਜੀਤ ਸਿੰਘ ਮਾਨ ਦਾ ਹੋਵੇ, ਦਿੱਲੀ ਅਕਾਲੀ ਦਲ ਹੋਵੇ, ਜੀਕੇ ਅਕਾਲੀ ਦਲ ਹੋਵੇ, ਮਾਨਤਾ ਪ੍ਰਾਪਤ ਕੇਵਲ ਉਸ ਨੂੰ ਆ ਜਿਹੜੀ ਜਿਹੜੀ ਇਹ ਮੰਗ ਕੀਤੀ ਗਈ ਹੈ, ਜਿਹੜੀ ਸਿੱਧੇ ਤੌਰ ਤੇ ਆਪਾਂ ਵੀ ਸਮਝਦੇ ਹਾਂ, ਉਹ ਵੀ ਸਮਝਦੇ ਹੀ ਹੋਣਗੇ ਕਿ ਇਹ ਜਿਹੜੀ ਮੰਗ ਸੁਖਦੇਵ ਸਿੰਘ ਢੀਂਡਸਾ ਦੇ ਵੱਲੋਂ ਕੀਤੀ ਗਈ ਹੈ, ਇਹ ਬਾਕੀ ਅਕਾਲੀ ਦਲ ਦੀਆਂ ਵੱਲ ਘੱਟ, ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਲੈਣ ਬਾਰੇ ਜਿਹੜੀ ਆ ਉਹ ਜ਼ਿਆਦਾ ਹੈਗੀ ਆ, ਉਹ ਵੀ ਜਿਹੜੀਆਂ ਇਹ ਗੱਲਾਂ ਸਮਝਦੇ ਹੋਣਗੇ। ਯਾਨੀ ਕਿ ਮੈਨੂੰ ਸਿੱਧੇ ਤੌਰ ਤੇ ਆਪਾਂ ਥੋੜੇ ਸ਼ਬਦਾਂ 'ਚ ਜੇ ਗੱਲ ਮੁਕਾਈਏ ਐਨਕੇ ਸਾਹਿਬ, ਇਹੀ ਹੈ ਕਿ ਸੁਖਦੇਵ ਸਿੰਘ ਢੀਂਡਸਾ ਦੇ ਇਹ ਜਿਹੜਾ ਉਹਨਾਂ ਦੇ ਵੱਲੋਂ ਉਪਰਾਲਾ ਕੀਤਾ ਗਿਆ, ਆਪਣੇ ਵੱਲੋਂ ਤਾਂ ਉਹਨਾਂ ਨੇ ਉਪਰਾਲਾ ਹੀ ਕੀਤਾ ਆਪਦੇ ਲਈ, ਤਾਂ ਜਿਸ ਤਰੀਕੇ ਨਾਲ ਅਸਤੀਫਾ ਬਹਾਨੇ ਮਾਰ ਕੇ ਮੰਗਿਆ ਜਾ ਰਿਹਾ, ਤਾਂ ਹੋ ਸਕਦਾ ਬਹਾਨੇ ਹੋਣ, ਹੋ ਸਕਦਾ ਸਹੀ ਗੱਲਾਂ ਹੋਣ, ਇਹ ਉਹ ਜਾਣਦੇ ਨੇ ਚੰਗੇ ਤਰੀਕੇ ਨਾਲ, ਪਰ ਲੱਗਦਾ ਕਿ ਸੁਖਦੇਵ ਸਿੰਘ ਢੀਂਡਸਾ ਦੀਆਂ ਕੋਸ਼ਿਸ਼ਾਂ ਕਾਮਯਾਬ ਨਹੀਂ ਹੋਣਗੀਆਂ। ਨਹੀਂ, ਕੋਸ਼ਿਸ਼ਾਂ ਕਦੇ ਵੀ ਸਕੂਲ 'ਚ ਕਾਮਯਾਬ ਨਹੀਂ ਹੋ ਸਕਦੀਆਂ ਸੁਖਵਿੰਦਰ ਜੀ। ਇਹ ਕੋਸ਼ਿਸ਼ਾਂ ਤਾਂ ਉਦੋਂ ਕਾਮਯਾਬ ਨਹੀਂ ਹੋਈਆਂ ਜਦੋਂ ਸੁਖਦੇਵ ਸਿੰਘ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕਿਚਨ ਕੈਬਨਿਟ ਦੇ ਮੈਂਬਰ ਹੁੰਦੇ ਸਨ, ਕੋਰ ਕਮੇਟੀ ਦੇ ਮੈਂਬਰ ਹੁੰਦੇ ਸਨ, ਉਦੋਂ ਅਸਤੀਫੇ ਦੀ ਮੰਗ ਕੀਤੀ, ਉਦੋਂ ਇਹਨਾਂ ਨੂੰ ਦਰਕਨਾਰ ਕਰ ਦਿੱਤਾ ਗਿਆ, ਤੇ ਸ਼ਾਇਦ ਇਸੇ ਕਾਰਨ ਜਥੇਦਾਰ ਸੇਵਾ ਸਿੰਘ ਸੇਖਵਾਂ ਵਰਗੀ, ਦੂਜੇ ਪਾਸੇ ਆਪਣੇ ਸੁਖਦੇਵ ਸਿੰਘ ਢੀਂਡਸਾ ਨੂੰ ਅਲੱਗ ਹੋ ਕੇ ਸੰਯੁਕਤ ਅਕਾਲੀ ਦਲ ਬਣਾਉਣਾ ਪਿਆ, ਜਿਹਦੇ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ ਵੀ ਨਾਲ ਸੀ। ਸੋ ਇਹ ਤਾਂ ਗੱਲ ਹੋ ਹੀ ਨਹੀਂ ਸਕਦੀ ਕਿ ਸੁਖਦੇਵ ਸਿੰਘ ਢੀਂਡਸਾ ਦੇ ਕਹਿਣ ਤੇ ਜਥੇਦਾਰ ਹਰਪ੍ਰੀਤ ਸਿੰਘ ਹੁਣੀ ਉਹਦੇ ਕੋਲ ਅਸਤੀਫਾ ਮੰਗ ਲੈਣ। ਸੁਖਵਿੰਦਰ ਜੀ ਗੱਲ ਇਹ ਹੈਗੀ ਆ, ਸੁਖਦੇਵ ਸਿੰਘ ਢੀਂਡਸਾ ਵੀ ਮੰਨ ਲਓ ਕਿ ਇਸ ਕਾਮਯਾਬ ਹੋ ਜਾਂਦੇ, ਪਰ ਕੀ
ਜਥੇਦਾਰ ਹਰਪ੍ਰੀਤ ਸਿੰਘ ਕੋਲ ਇੰਨੀ ਤਾਕਤ ਹੈਗੀ ਕਿ ਸੁਖਬੀਰ ਬਾਦਲ ਕੋਲ ਅਸਤੀਫਾ ਮੰਗ ਸਕੇ। ਮੈਂ ਕਹਿੰਦਾ ਇਸ ਤਰ੍ਹਾਂ ਨਾ ਹੋਗੀ ਸ਼ਾਮ ਤੱਕ ਉਹਦੀ ਛੁੱਟੀ ਕਰ ਦਿੱਤੀ ਜਾਵੇ ਜਿਹੋ ਜਿਹੀਆਂ, ਜੇਕਰ ਇਹੋ ਜਿਹੇ ਹਾਲਾਤ ਬਣਦੇ ਨਾ ਕਿ ਜਥੇਦਾਰ ਸਾਹਿਬ ਨੇ ਠੀਕ ਤਰੀਕੇ ਨਾਲ ਰੋਲ ਜਿਹੜਾ ਪਲੇ ਨਹੀਂ ਕੀਤਾ। ਸੋ ਇਸ ਚਾਲਾਂ ਦੇ ਵਿੱਚ ਮੇਰਾ ਨਹੀਂ ਖਿਆਲ ਸੁਖਦੇਵ ਸਿੰਘ ਢੀਂਡਸਾ ਕਦੇ ਸਫਲ ਹੋਣ। ਜੋ ਉਹਨਾਂ ਨੇ ਚਾਲ ਚੱਲੀ ਹੈ ਕਿ ਠੀਕ ਹੈ ਇੱਕ ਤਰੀਕੇ ਨਾਲ ਜਥੇਦਾਰ ਨੂੰ ਅੱਗੇ ਲਾ ਕੇ ਅਸਤੀਫਾ ਮੰਗ ਲਿਆ ਜਾਵੇ। ਜਥੇਦਾਰ ਕੇਵਲ ਹੱਥ ਕਠਪੁਤਲੀ ਆ, ਕਿਉਂਕਿ ਉਸਦੀ ਭੂਮਿਕਾ ਜਿਹੜੀ ਹੈ ਬੀਤੇ ਦੌਰ 'ਚ ਵੇਖੀ ਜਾ ਚੁੱਕੀ ਹੈ ਜਦੋਂ ਸਿਮਰਨਜੀਤ ਸਿੰਘ ਮਾਨ ਦੇ ਨਾਮ ਦਾ ਉਮੀਦਵਾਰ ਦੇ ਨਾਮ ਦੇ ਰੂਪ 'ਚ ਐਲਾਨ ਹੋਣਾ ਸੀ। ਕੇਵਲ ਕੱਲਾ ਤੇ ਕੱਲਾ ਸੁਖਬੀਰ ਸਿੰਘ ਬਾਦਲ ਸੀ ਜਿਸ ਨੇ ਜਥੇਦਾਰ ਅਕਾਲ ਤਖਤ ਦੀ ਨਹੀਂ ਸੀ ਬਣੀ। ਸੋ ਉਹ ਜਿਹੀਆਂ ਸਥਿਤੀਆਂ ਦੇ ਵਿੱਚ ਸੁਖਦੇਵ ਸਿੰਘ ਢੀਂਡਸੇ ਦੀ ਕੀ ਪੋਜੀਸ਼ਨ ਆ, ਜਥੇਦਾਰ ਦੀ ਕੀ ਪੋਜੀਸ਼ਨ ਆ, ਇਹ ਤਾਂ ਹੁਣ ਆਉਣ ਵਾਲਾ ਵਕਤ ਦੱਸੇਗਾ। ਮੇਰਾ ਨਹੀਂ ਖਿਆਲ ਇਹ ਤਾਂ ਉਦੋਂ ਹੀ ਆ ਕਿ ਹਾਂ ਵੀ ਉਹਦੇ ਮਨ 'ਚ ਭਾਵਨਾ ਆਵੇ ਸੁਖਬੀਰ ਸਿੰਘ ਬਾਦਲ ਦੇ ਕਿ ਹਾਂ ਵੀ ਹੁਣ ਬਥੇਰਾ ਪੰਥ ਦਾ ਹੀ ਨੁਕਸਾਨ ਕਰਤਾ, ਆਪਾਂ ਸਾਈਡ ਤੇ ਹੋ ਜਾਈਏ। ਵਾਕਿਆ ਹੀ ਗੱਲ ਹੋਣੀ ਚਾਹੀਦੀ ਹੈਗੀ। ਪਰ ਸੁਖਵਿੰਦਰ ਜੀ ਕਿਹੜਾ ਬੰਦਾ ਤਾਕਤ ਨੂੰ ਛੱਡਦਾ, ਕਿਹੜਾ ਬੰਦਾ ਪ੍ਰਧਾਨ ਜੀ ਕਿਸ ਬੰਦੇ ਨੂੰ ਅਖਾਉਣਾ ਚੰਗਾ ਨਹੀਂ ਲੱਗਦਾ। ਪ੍ਰਧਾਨ ਜੀ ਕਹਿ ਕੇ ਬੰਦਾ ਉਹਦਾ ਸਰੂਰ ਹੀ ਜਿਹੜਾ ਅਲੱਗ ਤਰੀਕੇ ਦਾ ਹੁੰਦਾ ਹੈ। ਬਿਲਕੁਲ 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 ਬਿਲਕੁਲ। ਅਗਲੀ ਖਬਰ ਜਾਨਕੀ ਸਾਹਿਬ ਆਪਾਂ ਗੱਲਬਾਤ ਕਰ ਲੈਂਦੇ ਹਾਂ। ਬੜੀ ਅਹਿਮ ਖਬਰ ਹੈ, ਗੋਲੀकांड ਦੇ ਮਾਮਲਿਆਂ ਦੇ ਨਾਲ ਜੁੜੀ ਹੋਈ ਇਹ ਖਬਰ ਹੈ। ਕਹਿੰਦੇ ਕਿ 20 ਅਗਸਤ ਤੱਕ ਜਿਹੜੀ ਸੁਣਵਾਈ ਹੈ ਉਹ ਮੁਲਤਵੀ ਹੋ ਗਈ ਹੈ। ਸੁਣਵਾਈ ਜਿਹੜੀ ਉਹ ਰੁਕ ਗਈ ਹੈ। ਇੱਕ ਪਾਸੇ ਜਿਹੜੀ ਸਰਕਾਰ ਹੈ ਉਹ ਕਹਿੰਦੀ ਕਿ ਅਸੀਂ ਜਲਦ ਤੋਂ ਜਲਦ ਇਸ ਪੂਰੇ ਮਾਮਲੇ 'ਚ ਸਜ਼ਾਵਾਂ ਦੇਵਾਂਗੇ, ਤੇ ਦੂਜੇ ਪਾਸੇ ਬਰਗਾੜੀ ਵਿਖੇ ਪੱਕਾ ਮੋਰਚਾ ਵੀ ਜਿਹੜਾ ਲੱਗਿਆ ਹੋਇਆ ਹੈ। ਤਾਂ ਉਹ ਮੋਰਚੇ ਵਾਲਿਆਂ ਨੇ ਵੀ ਐਲਾਨ ਕਰ ਦਿੱਤਾ ਸੀਗਾ ਕਿ ਅਸੀਂ ਅੱਗੇ ਜੇ ਇਹਨਾਂ ਨੇ ਨਾ ਕੁਝ ਕੀਤਾ ਤਾਂ ਅੱਗੇ ਜਿਹੜਾ ਵਕਤਾ ਸੰਘਰਸ਼ ਜਿਹੜਾ ਉਹ ਵਿੱਢਾਂਗੇ। ਤਾਂ ਹੁਣ ਇਸ ਇੱਕ ਪਾਸੇ ਜਿਹੜਾ ਇਹ ਸੁਣਵਾਈ 30 ਅਗਸਤ ਤੱਕ ਮੁਲਤਵੀ ਹੋ ਗਈ ਹੈ। ਕਿਵੇਂ ਦੇਖਦੇ ਹੋ, ਸਰਕਾਰ ਨੂੰ ਝਟਕੇ ਦੇ ਰੂਪ ਦੇ ਵਿੱਚ ਮੰਨਿਆ ਜਾ ਸਕਦਾ ਹੈ? ਸੁਖਵਿੰਦਰ ਜੀ ਦੇਖੋ, ਸਰਕਾਰ ਤਾਂ ਆਪਣੇ ਯਤਨ ਜਿਹੜੇ ਕਰ ਰਹੀ ਆ, ਜਿਸ ਤਰੀਕੇ ਨਾਲ ਸਰਕਾਰ ਦੇ ਮੂੰਹ 'ਚ ਨਾ ਇਸ ਵੇਲੇ ਸਥਿਤੀ ਬੜੀ ਤਰਸਯੋਗ ਆ, ਕਿਉਂਕਿ ਇੱਕ ਪਾਸੇ ਧਰਨਾ ਲੱਗਾ, ਦੂਜੇ ਪਾਸੇ ਚਲਾਨ ਜਿਹੜੇ ਪੇਸ਼ ਹੋ ਰਹੇ ਨੇ, ਤੀਜੇ ਪਾਸੇ ਜਿਹੜੇ ਬਚਾਅ ਪੱਖ ਜਾਂ ਦੂਜੇ ਜਿਹੜੇ ਦੋਸ਼ੀ ਧਿਰ ਆ ਉਹ ਆਪੋ ਆਪਣੀਆਂ ਕਾਨੂੰਨੀ ਸਲਾਹਾਂ ਜਿਹੜੀਆਂ ਚੱਲਦੇ ਪਏ ਨੇ। ਇਹਨਾਂ ਸਾਰੇ ਪ੍ਰਸੰਗ ਦੇ ਵਿੱਚ ਸਰਕਾਰ ਦੀ ਸਥਿਤੀ ਤਾਂ ਕਸੂਤੀ ਸਥਿਤੀ 'ਚ ਫਸੀ ਆ। ਬਾਕੀ ਆ ਜਿਹੜਾ ਕੋਟ ਬਹਿਬਲ ਕਲਾਂ ਜਿਹੜੀ ਗੋਲੀकांड ਦੀ ਤੁਸੀਂ ਗੱਲ ਕਰ ਰਹੇ ਜੇ, ਇਹ ਚਾਲ ਫਿਰ ਕੱਲ ਆਪਾਂ ਕਹਿ ਸਕਦੇ ਹਾਂ ਕਿ ਸੁਮੇਧ ਸਿੰਘ ਸੈਣੀ ਫਿਰ ਆਪਣੀ ਜਿਹੜੀ ਸ਼ਤਰੰਜੀ ਚਾਲ ਉਹ ਚੱਲ ਗਿਆ, ਕਿਉਂਕਿ ਉਸਨੇ ਕੱਲ ਜਿਹੜੇ ਜਿਨ੍ਹਾਂ ਸੰਬੰਧਤ ਧਿਰ ਸਨ, ਜਿਨ੍ਹਾਂ ਵਿੱਚ ਪਰਮਨਾਥ ਸਿੰਘ ਉਮਰਾ ਨੰਗਲ, ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ, ਬਾਕੀ ਹੋਰ ਜਿਹੜੇ ਮੁਲਾਜ਼ਮ ਸੀ ਜਿਨ੍ਹਾਂ ਉੱਤੇ ਦੋਸ਼ ਆਇਦ ਨੇ, ਉਹ ਸਾਰੇ ਕੱਲ ਫਰੀਦਕੋਟ ਦੀ ਅਦਾਲਤ 'ਚ ਮੌਜੂਦ ਸਨ। ਜੱਜ ਸਾਹਿਬ ਕੋਰਟ ਦੀ ਕਾਰਵਾਈ ਸ਼ੁਰੂ ਲੱਗੇ ਕਰਨ, ਪਰ ਉਸੇ ਵਕਤ ਕਹਿੰਦੇ ਕਿ ਸੁਮੇਧ ਸਿੰਘ ਸੈਣੀ ਦੇ ਵਕੀਲ ਨੇ ਆਣ ਕੇ ਇੰਨੀ ਗੱਲ ਕਹੀ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਤੇ ਨਿੱਜੀ ਸਥਿਤੀ ਦੇ ਵਿੱਚ ਉਹ ਕੋਰਟ ਦੇ ਵਿੱਚ ਹਾਜ਼ਰ ਜਿਹੜੇ ਨਹੀਂ ਹੋ ਸਕਦੇ, ਤਾਂ ਅਗਲੀ ਤਰੀਕ ਜਿਹੜੀ ਉਹ ਦੇ ਦਿੱਤੀ ਜਾਵੇ। ਤਾਂ ਉਹ ਜਿਹੀ ਸਥਿਤੀ 'ਚ ਮਜਬੂਰਨ ਫਿਰ, ਕਿਉਂਕਿ ਮੁੱਖ ਦੋਸ਼ੀ ਕਥਿਤ ਤੌਰ ਤੇ ਮੁੱਖ ਦੋਸ਼ੀ ਸੁਮੇਧ ਸਿੰਘ ਸੈਣੀ ਉਹਨਾਂ ਨੂੰ ਉਹਦੇ ਵਿੱਚ ਆਇਦ ਕੀਤਾ ਗਿਆ, ਤਾਂ ਕੁਦਰਤੀ ਤੌਰ ਤੇ ਫਿਰ ਜੇਕਰ ਉਹੀ ਟਾਈਮ ਮੰਗਦਾ ਤਾਂ ਉਹ ਟਾਈਮ ਜਿਹੜਾ ਦਿੱਤਾ। ਬਾਕੀ ਜਿਹੜਾ ਦੂਜੇ ਪਾਸੇ ਜਿਹੜੀ ਸਥਿਤੀ ਸੀ, ਜਿਹੜਾ ਬਚਾਅ ਪੱਖ ਦੇ ਇਹਨਾਂ ਜਿਹੜੇ ਧਿਰ ਸੀ, ਇਹਨਾਂ ਦੇ ਬਚਾਅ ਪੱਖ ਦੇ ਵਕੀਲ ਨੇ ਇਹ ਮੁੱਦਾ ਉਠਾਇਆ ਕਿ ਜਿਹੜਾ ਕੋਟਕਪੂਰਾ ਗੋਲੀकांड ਆ ਉਹਦੀ ਜਿਹੜੀ ਜਾਂਚ ਰਿਪੋਰਟ ਆ ਉਹ ਐਲ.ਕੇ. ਯਾਦਵ ਨੇ ਕੀਤੀ ਆ, ਤੇ ਉਹ ਐਲ.ਕੇ. ਯਾਦਵ ਦੀ ਜਿਹੜੀ ਉਹ ਰਿਪੋਰਟ ਆ ਅਜੇ ਤੱਕ ਅਦਾਲਤ 'ਚ ਪੇਸ਼ ਨਹੀਂ ਹੋਈ। ਤਾਂ ਉਸਦੀ ਕਾਪੀ ਜਿਹੜੀ ਆ ਉਹ ਪੇਸ਼ ਕੀਤੀ ਜਾਵੇ, ਅਦਾਲਤ ਨੂੰ ਦਿੱਤੀ ਜਾਵੇ ਤੇ ਸੰਬੰਧਿਤ ਧਿਰਾਂ ਨੂੰ ਦਿੱਤੀ ਜਾਣ। ਤਾਂ ਦੂਜੇ ਪਾਸੇ ਹੁਣ ਸਰਕਾਰ ਨੇ ਇਹ ਪੱਖ ਆਪਣਾ ਪੇਸ਼ ਕੀਤਾ ਕਿ ਬਹਿਬਲ ਕਲਾਂ ਕੋਰਟ ਤੇ ਕੋਟਕਪੂਰਾ ਗੋਲੀकांड ਦੀ ਜਿਹੜੀ ਸੁਣਵਾਈ ਹੈ ਕਿ ਇਹ ਦੋਵਾਂ ਇੱਕੋ ਤਰੀਕੇ ਨਾਲ ਹੋਏਗੀ ਜਾਂ ਇਹਨਾਂ ਦੀ ਵੱਖ-ਵੱਖ ਰੂਪ 'ਚ ਹੋਏਗੀ। ਸੋ ਇਸ ਕਰਕੇ ਮਾਨਯੋਗ ਅਦਾਲਤ ਨੇ ਜਿਹੜੇ ਵਧੀਕ ਸੈਸ਼ਨ ਜੱਜ ਸੀ ਉਹਨਾਂ ਨੇ ਇਸ ਸਾਰੇ ਕੇਸ ਦੀ ਤਰੀਕ ਜਿਹੜੀ ਆ 20 ਅਗਸਤ ਜਿਹੜੀ ਪਾ ਦਿੱਤੀ ਆ। ਬਾਕੀ ਜਿੰਨਾ ਚਿਰ ਇਹਦੇ ਵਿੱਚ ਸਰਕਾਰ ਨੂੰ ਅਸੀਂ ਕਹਿ ਸਕਦੇ ਕਿ ਝਟਕਾ ਤਾਂ ਲੱਗਦਾ, ਕਿਉਂਕਿ ਸਰਕਾਰ ਜਿਸ ਤਰੀਕੇ ਦੇ ਨਾਲ ਇੰਨੀ ਜਲਦੀ ਇਹਨਾਂ ਫੈਸਲਿਆਂ ਨੂੰ ਮੁਕਾਉਣ ਵੱਲ ਤਿਆਰ ਹੋਈ ਆ, ਪਰ ਦੂਜੇ ਪਾਸੇ ਜੇਕਰ ਜਿਹੜੀਆਂ ਸੰਬੰਧਤ ਧਿਰਾਂ ਨੇ ਉਹ ਵੀ ਕਾਨੂੰਨੀ ਦਾਅ ਪੇਚ ਜਾਣਦੀਆਂ ਨੇ, ਖਾਸ ਤੌਰ ਤੇ ਸੁਮੇਧ ਸਿੰਘ ਸੈਣੀ ਵਰਗਾ ਬੰਦਾ ਏਡੀ ਛੇਤੀ ਜਿਹੜਾ ਨਾ ਤੇ ਕੈਪਟਨ ਦੇ ਕਾਬੂ ਆਇਆ ਤੇ ਨਾ ਚਰਨਜੀਤ ਸਿੰਘ ਚੰਨੀ ਦੇ ਕਾਬੂ ਆਇਆ, ਉਹ ਹੁਣ ਇਹਨਾਂ ਦੇ ਕਾਬੂ ਕਿੱਥੇ ਆਏਗਾ? ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਸਰਕਾਰ ਕਿਸ ਤਰੀਕੇ ਨਾਲ ਉਹਦੇ ਆਪਣੇ ਆਲੇ ਦੁਆਲੇ ਜਾਲਾ ਬੋਲ ਕੇ ਉਸ ਨੂੰ ਕੋਰਟ ਵਿੱਚ ਪੇਸ਼ ਕਰਦੀ ਹੈ। ਅੱਜ ਤੱਕ ਸੁਮੇਧ ਸਿੰਘ ਸੈਣੀ ਮੇਰਾ ਨਹੀਂ ਖਿਆਲ ਕਿ ਇਸ ਕੋਟਕਪੂਰਾ ਜਾਂ ਬਹਿਬਲ ਕਲਾਂ ਗੋਲੀकांड ਦੇ ਕੇਸ ਦੇ ਵਿੱਚ ਕਿਸੇ ਇੱਕ ਵੀ ਅਦਾਲਤ ਵਿੱਚ ਪੇਸ਼ ਹੋਇਆ ਹੋਵੇ, ਕਿਉਂਕਿ ਉਸ ਦਾ ਜਿਹੋ ਜਿਹਾ ਆਪਣਾ ਕਹਿ ਸਕਣ ਕਿ ਕਾਨੂੰਨੀ ਜਾਂਚ ਜਾਂ ਜਿਸ ਤਰੀਕੇ ਦੀਆਂ ਉਹ ਸ਼ਤਰੰਜੀ ਚਾਲਾਂ ਜਾਣਦਾ, ਉਹ ਇਹਨਾਂ ਦੇ ਘੇਰੇ 'ਚ ਨਹੀਂ ਆ ਰਿਹਾ। ਇਹ ਸਰਕਾਰ ਨੂੰ ਝਟਕਾ ਤਾਂ ਹੈ ਹੀ ਹੈ ਕਿ ਜੇਕਰ ਇਹੋ ਜਿਹੀ ਗੱਲ ਹੈਗੀ। ਬਾਕੀ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਜੋ ਅਦਾਲਤੀ ਪ੍ਰਕਿਰਿਆ ਹੋਵੇ ਤਾਂ ਸੁਖਵਿੰਦਰ ਜੀ ਫਿਰ ਉੱਥੇ ਜਿਹੜਾ ਭਾਵੇਂ ਦੋਸ਼ੀ ਹੈ ਜਾਂ ਨਹੀਂ ਹੈ ਉਸ ਦੀ ਗੱਲ ਵੀ ਪੂਰਨ ਤੌਰ ਤੇ ਸੁਣਨੀ ਪੈਂਦੀ ਆ। ਕੱਲ ਜੇਕਰ ਤਰੀਕ ਪਈ ਆ ਤਾਂ ਇਹਦੇ ਵਿੱਚ ਸੁਮੇਧ ਸਿੰਘ ਸੈਣੀ ਦੀ ਉਹੀ ਚਾਲ ਆ ਜਿਹੜੀ ਚੱਲ ਕੇ ਉਸਨੇ ਇਸ ਕੇਸ ਨੂੰ 20 ਅਗਸਤ ਤੱਕ ਅੱਗੇ ਮੁਲਤਵੀ ਕਰਵਾ ਦਿੱਤਾ ਜੀ।
ਜਿਸ ਤਰੀਕੇ ਦੇ ਨਾਲ ਇਹ ਗੱਲਾਂ ਲੰਬੀਆਂ ਤੇ ਲੰਬੀਆਂ ਪਈ ਜਾ ਰਹੀਆਂ, ਲੰਬੀਆਂ ਤੇ ਲੰਬੀਆਂ ਪਈ ਜਾ ਰਹੀਆਂ, ਆਂਟੀ ਸਾਹਿਬ, ਇਨਸਾਫ ਦੀ ਕਿਰਨ ਜਿਹੜੀ ਆ ਉਹ ਹਾਲੇ ਵੀ ਕਿਤੇ ਦਿਖ ਨਹੀਂ ਰਹੀ ਇਸ ਹਿਸਾਬ ਦੇ ਨਾਲ। ਤਾਂ ਫਿਰ ਸੁਖਵਿੰਦਰ ਜੀ, ਇਨਸਾਫ ਜੇਕਰ ਇੰਨਾ ਸੌਖਾ ਮਿਲਦਾ ਹੁੰਦਾ ਨਾ ਤਾਂ ਫਿਰ ਸੁਰਜੀਤ ਪਾਤਰ ਨੂੰ ਸ਼ਾਇਦ ਇਹ ਲਾਈਨ ਕਦੇ ਨਾ ਲਿਖਣੀ ਪੈਂਦੀ ਕਿ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲਾ ਸੁਣਦਿਆਂ ਉਹ ਸੁੱਕ ਗਏ, ਆਖੋ ਉਹਨਾਂ ਨੂੰ ਜਿਹੜੇ ਕਰੀ ਜਾਣ, ਕਦੋਂ ਤੱਕ ਇੱਥੇ ਖੜੇ ਰਹਿਣਗੇ। ਇਹ ਉਹ ਦੁਨਿਆਵੀ ਅਦਾਲਤਾਂ ਨੇ ਜਿੱਥੇ ਇਨਸਾਫ ਤਾਂ ਨਹੀਂ ਮਿਲਦਾ ਪਰ ਤਰੀਕ, ਉਹ ਜਿਸ ਤਰ੍ਹਾਂ ਤਰੀਕ ਮਿਲਦੀ ਹੈ। ਬਾਕੀ ਇਨਸਾਫ ਜੇ ਗੁਰੂ ਮਹਾਰਾਜ ਨੇ ਲੈਣਾ, ਜੇ ਪ੍ਰਮਾਤਮਾ ਨੇ ਇਨਸਾਫ ਲੈਣਾ ਤਾਂ ਇਨਸਾਫ ਦੇਣ ਦੇ ਹੋਰ ਵੀ ਬੜੇ ਤਰੀਕੇ ਹੁੰਦੇ ਨੇ। ਜ਼ਰੂਰੀ ਨਹੀਂ ਕਿ ਅਦਾਲਤੀ ਦੁਨਿਆਵੀ ਅਦਾਲਤਾਂ ਦੇ ਵਿੱਚ ਇਸ ਤਰੀਕੇ ਨਾਲ ਕਾਨੂੰਨੀ ਦਾਅਪੇਚਾਂ ਦੇ ਵਿੱਚ ਤਾਂ ਕੇਸ ਲੰਬੇ ਪੈ ਜਾਂਦੇ ਆ। ਤਾਂ ਕੁਦਰਤੀ ਤੌਰ ਤੇ ਇਹ ਦਾਅਪੇਚ ਤਾਂ ਹੁਣ ਲੰਬੇ ਸਥਿਤੀਆਂ ਹੈ ਹੀ ਹੈ। ਇਹਨੇ 2015 ਦੀਆਂ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ, ਹੁਣ 22 ਚੱਲਦਾ ਪਿਆ, 8 ਸਾਲ ਮਾਫ ਕਰਨਾ 7 ਸਾਲ ਦੇ ਕਰੀਬ ਇਹ ਕੰਮ ਹੋ ਚੱਲਿਆ। ਪਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਸੁਖਵਿੰਦਰ ਜੀ ਇਹ ਹੁੰਦੀ ਆ ਕਿ ਜਿਸ ਨੇ ਇਨਸਾਫ ਦੇਣਾ, ਕੀ ਉਸ ਸਰਕਾਰ ਦੀ ਨੀਅਤ ਸਾਫ਼ ਆ, ਕੀ ਉਸਦੀ ਨੀਅਤ ਹੈਗੀ ਇਨਸਾਫ ਦੇਣ ਦੀ। 5 ਸਾਲ 4.5 ਸਾਲ ਮਾਫ ਕਰਨਾ 5 ਸਾਲ ਜਿਹੜਾ ਕਾਂਗਰਸ ਦੀ ਵਜ਼ਾਰਤ ਰਹੀ ਹੈ, ਉਹਦੇ ਵਿੱਚ 4.5 ਸਾਲ ਕੈਪਟਨ ਅਮਰਿੰਦਰ ਸਿੰਘ ਦੀ ਹੁਕੂਮਤ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਸ ਮੁੱਦੇ ਦੇ ਉੱਤੇ ਕੱਖ ਨਹੀਂ ਕੀਤਾ। ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨਹੀਂ ਆਏ, ਉਹਨਾਂ ਨੇ ਵੀ ਕੱਖ ਨਹੀਂ ਕੀਤਾ। ਤੇ ਜਿਸ ਤਰੀਕੇ ਨਾਲ ਕੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਹਾਈ ਕੋਰਟ 'ਚ ਜਾ ਕੇ ਰੱਦ ਹੁੰਦੀ ਹੈ, ਤੇ ਜਿਸ ਤਰੀਕੇ ਨਾਲ ਉਸ ਸਮੇਂ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਦਾ ਰੋਲ ਰਹਿੰਦਾ, ਉਹ ਸਾਨੂੰ ਸਾਰਿਆਂ ਦੇ ਸਾਹਮਣੇ ਪਤਾ। ਤਾਂ ਇਨਸਾਫ ਤਾਂ ਫਿਰ ਗੁਰੂ ਮਹਾਰਾਜ ਨੇ ਉਦੋਂ ਵੀ ਕਰਤਾ ਸੀ ਜਦੋਂ ਕੈਪਟਨ ਵਰਗਾ ਬੰਦਾ, ਜਿਸ ਤਰੀਕੇ ਨਾਲ ਆਪਾਂ ਇੱਕ ਦਿਨ ਪਹਿਲਾਂ ਗੱਲ ਕੀਤੀ ਸੀ, ਕਿ ਝਾੜ ਕੇ ਉਸ ਪਿਛਲੀ ਲਾਈਨ 'ਚ ਬਿਠਾ ਦਿੱਤਾ। ਗੱਲ ਤਾਂ ਸਰਕਾਰ ਦੀ ਨੀਅਤ ਤੇ ਡਿਪੈਂਡ ਕਰਦੀ ਹੈ। ਕੀ ਸਰਕਾਰ ਦੀ ਨੀਅਤ ਹੈ ਉਹਨਾਂ ਪੀੜਤ ਪਰਿਵਾਰਾਂ ਨੂੰ ਇਨਸਾਫ ਦੇਣ ਦੀ? ਕੀ ਇਹ ਸਰਕਾਰ ਚਾਹੁੰਦੀ ਹੈ ਕਿ ਲੋਕਾਂ ਨੂੰ ਇਨਸਾਫ ਮਿਲੇ? ਜਿਹੜੇ ਵਾਅਦੇ ਤੇ ਦਾਅਵੇ ਕਰਕੇ ਆਈ ਆ, ਦੇਰੀ ਬੇਸ਼ੱਕ ਹੋ ਜਾਵੇ, ਜਿਸ ਤਰ੍ਹਾਂ ਆਪ ਕਾਨੂੰਨ ਦੀ ਪ੍ਰਕਿਰਿਆ 'ਚ ਇਹ ਗੱਲ ਕਹੀ ਜਾਂਦੀ ਹੈ ਕਿ ਜਿੰਨੀ ਮਰਜ਼ੀ ਦੇਰੀ ਹੋ ਜਾਵੇ, ਕੋਈ ਬੇਗੁਨਾਹ ਟੰਗਿਆ ਨਹੀਂ ਜਾਣਾ ਚਾਹੀਦਾ ਤੇ ਕੋਈ ਦੋਸ਼ੀ ਬਚਿਆ ਨਹੀਂ ਜਾਣਾ ਚਾਹੀਦਾ। ਸੋ ਇਸ ਪ੍ਰਸੰਗ ਦੇ ਵਿੱਚ ਠੀਕ ਆ, ਟਾਈਮ ਲੱਗੇ ਪਰ ਇਨਸਾਫ ਜ਼ਰੂਰ ਹੋਣਾ ਚਾਹੀਦਾ। ਤਾਂ ਉਸ ਇਨਸਾਫ 'ਚ ਪੀੜਤ ਪਰਿਵਾਰ ਨੂੰ ਜ਼ਰੂਰ ਇਨਸਾਫ ਮਿਲਣਾ ਚਾਹੀਦਾ, ਪਰ ਨਾਲ ਹੀ ਨਾਲ ਇਨਸਾਫ ਦਿੰਦੇ ਕਿਸੇ ਬੇਗੁਨਾਹ ਨੂੰ ਨਾ ਛੇੜ ਦਿੱਤਾ ਜਾਵੇ। ਇਸ ਗੱਲ ਦਾ ਵੀ ਧਿਆਨ ਜਿਹੜਾ ਰੱਖਣਾ ਚਾਹੀਦਾ ਜੀ। ਬਿਲਕੁਲ। ਕਾਣਕੀ ਸਾਹਿਬ, ਅਗਲੀ ਖਬਰ ਦੀ ਆਪਾਂ ਗੱਲਬਾਤ ਕਰ ਲੈਂਦੇ ਹਾਂ। ਪ੍ਰਗਟ ਸਿੰਘ ਬੜੇ ਇਮਾਨਦਾਰ ਲੋਕਾਂ ਦੇ ਵਿੱਚੋਂ ਮੰਨੇ ਜਾਂਦੇ ਆ, ਇਮਾਨਦਾਰ ਨੇਤਾਵਾਂ ਦੇ ਵਿੱਚੋਂ ਮੰਨੇ ਜਾਂਦੇ ਆ। ਤੇ ਹੁਣ ਇੱਕ ਹੋਰ ਕਹਿੰਦੇ ਘਪਲਾ ਸਾਹਮਣੇ ਆ ਗਿਆ। ਚੰਨੀ ਸਰਕਾਰ ਮੌਕੇ ਦਾ ਕਹਿੰਦੇ ਇਹ ਘਪਲਾ ਹੈ। ਹਾਲਾਂਕਿ ਸਿੱਧੇ ਤੌਰ ਤੇ ਤਾਂ ਇਹ ਨਹੀਂ ਕਿਹਾ ਕਿ ਪ੍ਰਗਟ ਸਿੰਘ, ਕਿਉਂਕਿ ਸ਼ਾਇਦ ਸਰਕਾਰ ਵੀ ਝਿਜਕਚਾਉਂਦੀ ਹੋਵੇ ਕਿ ਪ੍ਰਗਟ ਸਿੰਘ ਦਾ ਨਾਮ ਲੈਂਦਿਆਂ ਲੋਕ ਯਕੀਨ ਨਹੀਂ ਕਰਨਗੇ, ਤਾਂ ਉਹਨਾਂ ਨੇ ਸਿੱਧੇ ਤੌਰ ਤੇ ਇਹ ਗੱਲ ਕਹੀ ਹੈ ਕਿ ਚੰਨੀ ਸਰਕਾਰ ਮੌਕੇ ਦਾ ਘਪਲਾ ਇਹਦੇ ਵਿੱਚ ਖੇਡ ਕਿੱਟਾਂ ਦੇ ਵਿੱਚ ਆਇਆ। ਤਾਂ ਚੰਨੀ ਸਰਕਾਰ ਮੌਕੇ ਤਾਂ ਫਿਰ ਜਿਹੜੇ ਖੇਡ ਮੰਤਰੀ ਹੈ ਉਹ ਪ੍ਰਗਟ ਸਿੰਘ ਹੀ ਹੁੰਦੇ ਸੀਗੇ। ਤਾਂ ਫਿਰ ਕਿਵੇਂ ਦੇਖਦੇ ਹੋ ਇਹ ਪੂਰਾ ਘਪਲਾ ਕੀ ਹੈ, ਤੇ ਪ੍ਰਗਟ ਸਿੰਘ ਦੇ ਉੱਪਰ ਇਲਜ਼ਾਮ ਲਗਾ ਰਹੇ ਨੇ, ਜਾਂ ਫਿਰ ਪ੍ਰਗਟ ਸਿੰਘ ਤੋਂ ਪਹਿਲਾਂ ਦਾ ਇਹ ਮਾਮਲਾ ਜਦੋਂ ਰਾਣਾ ਸੋਢੀ ਸਪੋਰਟਸ ਮਿਨਿਸਟਰ ਸੀ? ਹਾਲਾਂਕਿ ਕਿਹਾ ਉਹਨਾਂ ਨੇ ਚੰਨੀ ਸਰਕਾਰ ਹੈ, ਪਰ ਹੁਣ ਇਹ ਮਾਮਲਾ ਕੀ ਹੈ? ਕਿਉਂਕਿ ਕਈ ਵਾਰੀ ਆਪਾਂ ਦੇਖਦੇ ਆ ਨਾ, ਐਲਾਨ ਪਹਿਲਾਂ ਹੋ ਜਾਂਦੇ ਆ, ਉਹ ਬਣਦੇ ਬਾਅਦ ਦੇ ਵਿੱਚ ਜਾ ਕੇ ਆ ਕੇ ਪੂਰੇ ਬਾਅਦ ਚ ਹੁੰਦੇ ਆ। ਤੇ ਇਸ ਤਰੀਕੇ ਦੀ ਕਿਤੇ ਗੱਲ ਤਾਂ ਨਹੀਂ ਕਿ ਵਾਕਈ ਪ੍ਰਗਟ ਸਿੰਘ ਦਾ ਨਾਮ ਗੂੰਜ ਰਿਹਾ ਹੈ, ਜਾਂ ਗੱਲ ਕੋਈ ਹੋਰ ਹੈ? ਤੇ ਪੂਰਾ ਮਾਮਲਾ ਕੀ? ਇਹ ਸੁਖਵਿੰਦਰ ਜੀ, ਇਹ 'ਚ ਰਾਣਾ ਸੋਢੀ ਸ਼ਾਇਦ ਦਾ ਨਾਮ ਜਿਹੜਾ ਨਾ ਇਹਨਾਂ ਮੈਨੂੰ ਲੱਗਦਾ ਨਹੀਂ ਹੈ ਜਿੰਨਾ ਮੈਨੂੰ ਪ੍ਰਗਟ ਸਿੰਘ ਤੇ ਨਾਮ ਲੱਗਦਾ। ਇਹ ਪ੍ਰਗਟ ਸਿੰਘ ਹੋਣਾ ਦਾ ਨਾਮ ਇਸ ਮਸਲੇ 'ਚ ਆ ਸਕਦਾ, ਅਜੇ ਆਇਆ ਨਹੀਂ, ਆ ਸਕਦਾ, ਜਿਸ ਤਰੀਕੇ ਨਾਲ ਮੀਤ ਹੇਰ ਉਹਨਾਂ ਨੇ ਗੱਲ ਜਿਹੜੀ ਸ਼ੁਰੂ ਕੀਤੀ। ਕਹਾਣੀ ਚਰਨਜੀਤ ਸਿੰਘ ਚੰਨੀ ਸਰਕਾਰ ਦੀ ਹੈ ਕਿ ਚੰਨੀ ਸਰਕਾਰ ਜਦੋਂ ਆਖਰੀ ਦੌਰ ਦੇ ਵਿੱਚ ਸੀ ਤਾਂ ਉਸ ਵਕਤ ਉਹਨਾਂ ਨੇ ਜਿਹੜੇ ਕੁਝ ਖਿਡਾਰੀ 8,900 ਖਿਡਾਰੀਆਂ ਨੂੰ ਖੇਡ ਕਿੱਟਾਂ ਦੇਣ ਵਾਸਤੇ 3-3 ਹਜ਼ਾਰ ਰੁਪਇਆ ਦੇਣ ਦਾ ਐਲਾਨ ਕੀਤਾ। ਉਹ ਪ੍ਰਕਿਰਿਆ ਦੇ ਵਿੱਚ ਸੀ ਕਿ 3-3 ਹਜ਼ਾਰ ਰੁਪਇਆ ਉਹਨਾਂ ਖਿਡਾਰੀਆਂ ਦੇ ਖਾਤਿਆਂ ਦੇ ਵਿੱਚ ਸਿੱਧਾ ਉਹਨਾਂ ਨੂੰ ਦੇ ਦਿੱਤਾ ਗਿਆ, 3-3 ਹਜ਼ਾਰ ਰੁਪਇਆ। ਤੇ ਜਿਹੜੀ ਕੁੱਲ ਰਾਸ਼ੀ ਜਿਹੜੀ ਬਣਦੀ ਸੀ 2.67 ਕਰੋੜ ਰੁਪਇਆ ਰਾਸ਼ੀ ਸੀ ਜਿਹੜੀ ਇਸ ਤਰੀਕੇ ਨਾਲ ਖਿਡਾਰੀ ਨੂੰ ਦਿੱਤੀ ਗਈ, 3-3 ਹਜ਼ਾਰ ਰੁਪਏ, ਤਾਂ ਜੋ ਉਹ ਆਪਣੀਆਂ ਕਿੱਟਾਂ ਖਰੀਦ ਸਕਣ। ਇਹ ਇਲੈਕਸ਼ਨ ਤੋਂ ਪਹਿਲਾਂ ਦੀ ਗੱਲ ਹੈ। ਤਾਂ ਕਹਿੰਦੇ ਨੇ ਕਿ ਜਦੋਂ ਖਿਡਾਰੀਆਂ ਦੇ ਖਾਤਿਆਂ ਦੇ ਵਿੱਚ ਉਹ ਪੈਸੇ ਪਾਏ ਗਏ, ਉਸ ਤੋਂ ਬਾਅਦ ਅਗਲੇ ਹੀ ਦਿਨ ਉਹ ਪੈਸੇ ਖਿਡਾਰੀਆਂ ਕੋਲ ਵਾਪਸ ਲੈ ਲਏ ਗਏ ਕਿਸੇ ਫਰਮ ਦੇ ਨਾਮ ਤੇ ਚੈੱਕ ਕੱਟ ਕੇ, ਕਿ ਜਿਨ੍ਹਾਂ ਫਰਮਾਂ ਤੋਂ ਉਹਨਾਂ ਨੂੰ ਕਿੱਟਾਂ ਲੈ ਕੇ ਦੇਣੀਆਂ ਸਨ। ਤਾਂ ਕੁਦਰਤੀ ਤੌਰ ਤੇ ਫਿਰ ਉਹ ਜਦੋਂ ਚੈੱਕ ਜਾਂ ਡਰਾਫਟ ਜਿਹੜਾ ਸੀ ਉਹਨਾਂ ਖਿਡਾਰੀਆਂ ਕੋਲ ਵਾਪਸ ਕੱਟ ਕੇ ਉਹਨਾਂ ਫਰਮਾਂ ਨੂੰ ਦਿੱਤਾ ਗਿਆ, ਜਿਹਦੇ ਵਿੱਚ ਫਰਮਾਂ ਨੇ ਫਿਰ ਉਹਨਾਂ ਨੂੰ ਖੇਡ ਕਿੱਟਾਂ ਦਿੱਤੀਆਂ ਜਿਨ੍ਹਾਂ ਵਿੱਚ ਟੀ-ਸ਼ਰਟ, ਜਰਾਬ ਐਰਾ ਵਗੈਰਾ ਕੋਈ ਏਦਾਂ ਦਾ ਸਮਾਨ ਸੀ। ਉਹਦੀ ਗੁਣਵੱਤਾ ਤੇ ਵੀ ਪ੍ਰਸ਼ਨ ਜਿਹੜਾ ਉਹ ਉੱਠਦਾ। ਹੁਣ ਅਗਲੀ ਗੱਲ ਜਿਹੜੀ ਹੈਗੀ ਉਹ ਇਹ ਗੱਲ ਜਿਹੜੀ ਜਾਂਚ ਜਿਹੜੀ ਕੀਤੀ, ਇਕਬਾਲ ਸਿੰਘ ਸੰਧੂ ਨਾਮ ਦਾ ਇੱਕ ਸਪੋਰਟਸ ਅਧਿਕਾਰੀ, ਉਹਨੇ ਇਹ ਗੱਲ ਕੀਤੀ।
ਲੈਟਰ ਲੈ ਕੇ ਉਹਨੇ ਇਹ ਮੈਂਸ਼ਨ ਕੀਤਾ ਕਿ ਇਹ ਪਤਾ ਕਰਵਾਇਆ ਜਾਵੇ ਕਿ ਜਦੋਂ ਖਿਡਾਰੀਆਂ ਨੂੰ ਇੱਕ ਦਿਨ ਪਹਿਲਾਂ ਪੈਸੇ ਦੇ ਦਿੱਤੇ ਗਏ ਤੇ ਦੂਜੇ ਦਿਨ ਉਹ ਪੈਸੇ ਜਿਹੜੇ ਆ ਉਹ ਕਿਸ ਵਾਸਤੇ ਖਾਸ ਫਰਮਾਂ ਨੂੰ ਵਾਪਸ ਕਰਵਾਏ ਗਏ, ਤਾਂ ਉਹ ਕਿਹੜੀਆਂ ਫਰਮਾਂ ਸਨ। ਤੇ ਦੂਜੇ ਪਾਸੇ ਇਹ ਵੀ ਗੱਲ ਦਾ ਪਤਾ ਲੱਗਾ ਕਿ ਜਿਹੜੇ ਉਹਨਾਂ ਦੇ ਵਿੱਚੋਂ 80 ਦੇ ਕਰੀਬ ਜਿਹੜੇ ਚੈੱਕ ਨੇ ਉਹ ਬਾਉਂਸ ਹੋ ਚੁੱਕੇ ਆ। ਤਾਂ ਹੁਣ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਗੱਲ ਜਿਹੜੀ ਸਾਹਮਣੇ ਉਹ ਆਈ ਕਿ ਜਦੋਂ ਇਹ ਪੁੱਛਿਆ ਗਿਆ ਕਿ ਕਿਹੜੇ ਅਧਿਕਾਰੀ ਦੇ ਕਹਿਣ ਦੇ ਉੱਤੇ ਇਹ ਖਿਡਾਰੀਆਂ ਨੂੰ ਜਿਹੜਾ 3-3000 ਰੁਪਇਆ ਦਿੱਤਾ ਗਿਆ ਸੀ ਉਹ ਵਾਪਸ ਲਿਆ ਗਿਆ, ਉਹ ਕਹਿੰਦੇ ਜੀ ਉੱਪਰੋਂ ਹੁਕਮ ਆਏ। ਉਹ ਕਹਿੰਦੇ ਜੀ ਮੌਜੂਦਾ ਸਰਕਾਰ ਜਿਹੜੀ ਗੱਲ ਕਰ ਰਹੀ ਹੈ, ਉਹਨਾਂ ਨੇ ਫਿਰ ਜ਼ਿਲ੍ਹਾ ਸਪੋਰਟਸ ਅਫਸਰ ਨੂੰ ਪੁੱਛਿਆ, ਹਾਂਜੀ ਇਹ ਦੱਸੋ ਕਿ ਉੱਪਰੋਂ ਕਿਹੜੇ ਹੁਕਮ ਨੇ, ਕਹਿੰਦੇ ਜੀ ਜ਼ਬਾਨੀ ਹੁਕਮ ਆਏ। ਫਿਰ ਉਹਨਾਂ ਨੇ ਜਾਂਚ ਕੀਤੀ, ਫਿਰ ਉਹਨਾਂ ਨੇ ਕਿਹਾ ਕਿ ਦੱਸੋ ਤਾਂ ਸਹੀ ਕਿ ਜੇ ਜ਼ਬਾਨੀ ਹੁਕਮ ਵੀ ਆਏ ਤਾਂ ਕਿਸ ਅਧਿਕਾਰੀ ਦੇ ਕਹਿਣ ਤੇ ਆਏ। ਤਾਂ ਉਹਨਾਂ ਨੇ ਕਿਹਾ ਜੀ ਉਹ ਬਹੁਤ ਉੱਚ ਪੱਧਰ ਦਾ ਕੋਈ ਅਧਿਕਾਰੀ ਸੀ। ਹੁਣ ਮੀਤ ਤੇ ਹਰਮੀ ਇਹ ਗੱਲ ਕਹਿੰਦੇ ਆ ਕਿ ਅਸੀਂ ਇਹ ਸਾਰੇ ਮਾਮਲੇ ਦੀ ਜਿਹੜੀ ਜਾਂਚ ਆ ਵਿਜੀਲੈਂਸ ਵਿਭਾਗ ਨੂੰ ਦੇ ਦਿੱਤੀ ਆ। ਤਾਂ ਜੇਕਰ ਵਿਜੀਲੈਂਸ ਵਿਭਾਗ ਇਸ ਦੀ ਜਾਂਚ ਕਰਦਾ ਸੁਖਵਿੰਦਰ ਜੀ, ਤਾਂ ਕੁਦਰਤੀ ਤੌਰ ਤੇ ਜਿਸ ਤਰੀਕੇ ਨਾਲ ਖਬਰਾਂ ਸਾਹਮਣੇ ਆ ਰਹੀਆਂ ਨੇ ਇਹਦੇ ਵਿੱਚ ਉਸ ਸਮੇਂ ਦਾ ਡਾਇਰੈਕਟਰ ਸਪੋਰਟਸ ਜਿਹੜਾ ਉਹ ਵੀ ਫਸਦਾ। ਤੇ ਜੇਕਰ ਪੈਰਵੀ ਹੋਰ ਕੀਤੀ ਗਈ, ਇਸ ਕੇਸ ਦੀ ਹੋਰ ਜਾਂਚ ਕੀਤੀ ਗਈ, ਤਾਂ ਕੁਦਰਤੀ ਤੌਰ ਤੇ ਇਹ ਜਿਹੜੀ ਜਾਂਚ ਹੈ ਫਿਰ ਸਿਆਸੀ ਘਰਾਂ ਵੱਲ ਜਾਏਗੀ। ਉਹ ਸਿਆਸੀ ਘਰ ਪ੍ਰਗਟ ਸਿੰਘ ਦਾ ਵੀ ਹੋ ਸਕਦਾ, ਰਾਣਾ ਗੁਰਸੋਢੀ ਦਾ ਵੀ, ਜਿਹੜੀ ਵੀ ਗੱਲ ਹੋ ਸਕਦਾ, ਪਰ ਜ਼ਿਆਦਾ ਪ੍ਰਗਟ ਸਿੰਘ ਹੋਣਾ ਦੇ ਸੰਬੰਧ ਦੇ ਵਿੱਚ ਤਾਂ ਇਹ ਗੱਲ ਬਣਦੀ ਹੈ ਕਿਉਂਕਿ ਪ੍ਰਗਟ ਸਿੰਘ ਹੋਣੇ ਵੀ ਖੁਦ ਖਿਡਾਰੀ ਰਹੇ ਨੇ, ਤਾਂ ਉਸ ਸਮੇਂ ਦੇ ਸਪੋਰਟਸ ਮੰਤਰੀ ਵੀ ਉਹ ਰਹੇ ਨੇ। ਤਾਂ ਇਹ ਸਾਰਾ ਜਿਹੜਾ ਕਪੜਾ ਆ 2.67 ਕਰੋੜ ਦਾ ਕਪੜਾ ਤਾਂ 1 ਰੁਪਏ ਦਾ ਵੀ ਹੋ ਸਕਦਾ, ਪਰ ਜੇਕਰ ਵਾਕਿਆ ਹੀ ਇਹਨਾਂ ਕਰੋੜ ਦਾ ਕਪੜਾ ਪ੍ਰਗਟ ਸਿੰਘ ਦੇ ਸਮੇਂ 'ਚ ਹੋਇਆ ਤਾਂ ਇਹਦੇ ਉੱਤੇ ਤਾਂ ਫਿਰ ਜਾਂਚ ਜਿਹੜੀ ਹੋਣੀ ਚਾਹੀਦੀ ਹੈ। ਤੇ ਤੁਸੀਂ ਜਿਸ ਤਰੀਕੇ ਨਾਲ ਭੂਮਿਕਾ 'ਚ ਗੱਲ ਕੀਤੀ ਕਿ ਲੋਕੀ ਇਸ ਗੱਲ ਤੇ ਯਕੀਨ ਨਹੀਂ ਕਰ ਸਕਦੇ ਕਿ ਪ੍ਰਗਟ ਸਿੰਘ ਵਰਗਾ ਬੰਦਾ ਵੀ ਇਹੋ ਜਿਹੇ ਕਪੜੇ ਦੇ ਵਿੱਚ ਸ਼ਾਮਲ ਹੋ ਸਕਦਾ ਜਾਂ ਨਹੀਂ ਹੋ ਸਕਦਾ। ਆਪਾਂ ਸ਼ਾਮਲ ਹੋਣ ਦੀ ਜਾਂ ਨਾ ਸ਼ਾਮਲ ਹੋਣ ਦੀ ਗੱਲ ਨਹੀਂ ਕਰ ਰਹੇ, ਪਰ ਸੁਖਵਿੰਦਰ ਜੀ ਜੇਕਰ ਉੱਪਰਲਾ ਇੱਕ ਸੰਬੰਧਤ ਅਧਿਕਾਰੀ ਜ਼ਬਾਨੀ ਹੁਕਮ ਦਿੰਦਾ ਤਾਂ ਫਿਰ ਜ਼ਬਾਨੀ ਹੁਕਮ ਕੱਲਾ ਆਪਣੀ ਮਰਜ਼ੀ ਨਾਲ ਨਹੀਂ ਦੇ ਸਕਦਾ, ਉਹਦਾ ਕੋਈ ਨਾ ਕੋਈ ਗਾਡਫਾਦਰ ਜ਼ਰੂਰ ਹੋਵੇਗਾ। ਬਿਲਕੁਲ ਉਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਕੇਂਦਰ ਵੱਲੋਂ ਜਿਹੜੀ ਰਾਸ਼ੀ ਖੇਤੀ ਵਿਭਾਗ ਨੂੰ ਭੇਜੀ ਗਈ, ਜਿਹੜੀ ਕਰੋੜਾਂ ਦੇ ਹਿਸਾਬ ਦੀ, ਜਿਹਦਾ ਪਤਾ ਹੀ ਨਹੀਂ ਲੱਗਾ ਤੇ ਰਾਸ਼ੀ ਆਈ ਕਿੱਧਰ, ਖਰਚੀ ਕਿੱਥੇ ਗਈ। ਤੇ ਜਦੋਂ ਖੇਤੀਬਾੜੀ ਮੰਤਰੀ ਨੇ ਰਿਕਾਰਡ ਮੰਗਿਆ ਜੀ, ਉਹਨੇ ਕਹਿਤਾ ਜੀ ਪਤਾ ਨਹੀਂ ਉੱਪਰੋਂ ਹੁਕਮ ਆਏ ਸੀ ਕਿ ਰਿਕਾਰਡ ਕਿਸੇ ਨੂੰ ਨਹੀਂ ਦੇਣਾ। ਸੋ ਇਹ ਕਪੜਾ ਜਿਹੜਾ ਹੈ ਜਿਸ ਤਰੀਕੇ ਨਾਲ ਇਹ ਖੇਡ ਮੰਤਰਾਲੇ ਨੇ ਖੇਡ ਮੰਤਰਾਲੇ ਦਾ ਫੜਿਆ ਗਿਆ, ਮੌਜੂਦਾ ਸਰਕਾਰ ਨੇ ਫੜਿਆ ਕਿੱਟਾਂ ਦੇ ਸੰਬੰਧ ਵਿੱਚ, ਇਹ ਆਉਂਦਿਆਂ ਦਿਨਾਂ 'ਚ ਕੀ ਗੋਲ ਖਾਏਗਾ। ਪਰ ਇਸ ਦੇ ਨਾਲ ਹੀ ਨਾਲ ਇਹ ਗੱਲ ਜ਼ਰੂਰੀ ਹੈ ਕਿ ਜੇਕਰ ਇਹਦੇ 'ਚ ਘਪਲੇਬਾਜ਼ੀ ਹੋਈ ਹੈ ਤਾਂ ਇਸ ਦੀ ਜਾਂਚ ਹੁੰਦੀ ਹੈ ਤਾਂ ਸੁਖਵਿੰਦਰ ਜੀ ਫਿਰ ਉਹੋ ਜਿਹੀਆਂ ਸ਼ਖਸੀਅਤਾਂ ਵੀ ਨੰਗੀਆਂ ਹੋ ਸਕਦੀਆਂ ਨੇ ਕਿ ਜਿਨ੍ਹਾਂ ਦਾ ਇਮੇਜ ਆਮ ਲੋਕਾਂ ਦੀਆਂ ਨਜ਼ਰਾਂ 'ਚ ਬੜਾ ਕੁਝ ਹੋਰ ਤਰੀਕੇ ਦਾ ਆ। ਬਾਕੀ ਆਉਣ ਵਾਲਾ ਸਮਾਂ ਦੱਸੇਗਾ ਕਿ ਸੱਚ ਕੀ ਆ ਤੇ ਝੂਠ ਕੀ ਹੈ ਜੀ। ਬਿਲਕੁਲ। ਅਗਲੀ ਖਬਰ ਅਣਖੀ ਸਾਹਿਬ ਆਪਾਂ ਲੈ ਲੈਦੇ ਹਾਂ। ਅਗਲੀ ਖਬਰ ਬੜੀ ਥੋੜੀ ਜਿਹੀ ਹਾਸੋਹੀਣੀ ਜੀ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਕਿ ਪਿਛਲੇ ਦਿਨੀ ਕਿਤੇ ਸਾਈਕਲ ਕਰਤੇ ਚਰਚਾ ਦੇ ਵਿੱਚ ਸੀ, ਕਿਤੇ ਸਟੇਜ ਤੇ ਗਾਣੇ ਗਾਉਣ ਕਰਕੇ ਚਰਚਾ 'ਚ ਸੀਗੇ, ਹੁਣ ਉਹਨਾਂ ਨੇ ਇੱਕ ਵੱਖਰਾ ਹੀ ਕਾਰਨਾਮਾ ਜਿਹਾ ਕਰਤਾ। ਸੋਸ਼ਲ ਮੀਡੀਆ ਤੇ ਬੜੀ ਜਿਹੜੀ ਹੈ ਚਰਚਾ ਬਣੀ ਹੋਈ ਹੈ। ਉਹਨਾਂ ਨੇ ਇੱਕ ਮੰਤਰੀ ਮੰਡਲ ਟਾਈਪ ਬਣਾ ਦਿੱਤਾ ਆਪਣੇ ਹਲਕੇ ਦੇ ਵਿੱਚ, ਨਾਭੇ ਦੇ ਵਿੱਚ। ਦੇਵ ਮਾਨ ਦੀ ਮੈਂ ਗੱਲ ਕਰ ਰਿਹਾ, ਆਪ ਉਹ ਐਮਐਲਏ ਨੇ। ਉਹਨਾਂ ਨੇ ਅੱਗੇ ਬਿਜਲੀ ਵਿਭਾਗ ਦਾ ਕਿਸੇ ਨੂੰ ਇੰਚਾਰਜ ਦਿਲਾਤਾ, ਕਿਸੇ ਨੂੰ ਕਿਹੜੇ ਵਿਭਾਗ ਦਾ ਇੰਚਾਰਜ ਦਿਲਾਤਾ। ਮੈਂ ਆਪਣੀ ਟੀਮ ਨੂੰ ਕਹਾਂਗਾ ਕੁਝ ਪੋਸਟਰ ਜਿਹੜੇ ਆ ਉਹਨਾਂ ਦੇ ਵੱਲੋਂ ਛਾਪੇ ਗਏ, ਇਹ ਨਹੀਂ ਅਗਲੇ ਪੋਸਟਰ ਤਾਂ ਖਬਰ ਹੈ। ਤੇ ਜਿਹੜੇ ਪੋਸਟਰ ਹੈ, ਆਹ ਪੋਸਟਰ ਹੈ, ਇਹਦੇ ਵਿੱਚ ਜਗਮੀਤ ਬਾਜਵਾ ਨੂੰ ਬਿਜਲੀ ਵਿਭਾਗ ਦਾ ਜਿਹੜਾ ਇੰਚਾਰਜ ਦਿਲਾਇਆ ਗਿਆ। ਤੇ ਅੱਗੇ ਵੀ ਦਿਖਾਇਆ ਜਾਵੇ ਜਿਹੜਾ ਪੋਸਟਰ ਹੈ, ਕੁਝ ਹੋਰ ਵੀ ਪੋਸਟਰ ਜਿਹੜੇ ਵੱਖ-ਵੱਖ ਹੈਗੇ ਆ। ਹਰਮੀਤ ਸਿੰਘ ਬਾਜਵਾ ਨੂੰ ਜਿਹੜਾ ਬਿਜਲੀ ਵਿਭਾਗ ਦਾ ਹੈੱਡ ਲਾਇਆ ਗਿਆ, ਕੁਝ ਹੋਰ ਵੀ ਪੋਸਟਰ ਉਹ ਵੀ ਦਿਖਾਏ ਜਾਣਗੇ। ਅੰਤ ਸਾਹਿਬ ਕਿਵੇਂ ਦੇਖਦੇ ਹੋ ਇਹ? ਇਹਨਾਂ ਨੇ ਇੱਕ ਵੱਖਰੀ ਹੋਈ ਕੈਬਨਿਟ ਨਾਭੇ ਦੇ ਵਿੱਚ ਬਣਾ ਦਿੱਤੀ ਹੈ। ਜਿਹੜੇ ਇੰਚਾਰਜ ਕਲਚਰ ਦਾ ਵਿਰੋਧ ਕਰਦੀ ਰਹੀ ਜਿਹੜੀ ਪਾਰਟੀ, ਕਿਤੇ ਹਲਕਾ ਇੰਚਾਰਜ ਦਾ ਵਿਰੋਧ ਕਰਦੀ ਰਹੀ, ਕਿਤੇ ਕਿਹੜੇ ਦਾ ਵਿਰੋਧ ਕਰਦੀ ਰਹੀ। ਭਗਵੰਤ ਮਾਨ ਖੁਦ ਇਹ ਗੱਲਾਂ ਜਿਹੜੀਆਂ ਉਹ ਕਹਿੰਦੇ ਰਹੇ ਆ ਕਿ ਭਾਈ ਇਸ ਤਰੀਕੇ ਦੇ ਨਾਲ ਹਲਕਾ ਇੰਚਾਰਜ ਜਿਹੜਾ ਗਰੁੱਪ ਨਹੀਂ ਹੋਣਾ ਚਾਹੀਦਾ, ਹਲਕਾ ਇੰਚਾਰਜ ਕਲਚਰ ਨਹੀਂ ਹੋਣਾ ਚਾਹੀਦਾ। ਤੇ ਹੁਣ ਉਹਨਾਂ ਦੇ ਐਮਐਲਏ ਨੇ ਕਈ ਹੋਈ ਜਿਹੜੇ ਇੰਚਾਰਜ ਹਲਕੇ ਦੇ ਵਿੱਚ ਲਾ ਦਿੱਤੇ ਆ। ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਹੋਰ ਵੀ ਜਿਹੜੇ ਆ ਉਹ ਦਿਖਾਏ ਜਾਣ, ਤਾਂ ਜਿਹੜੇ ਪੋਸਟਰ ਬਣੇ ਆ ਇਹਦੇ ਵਿੱਚ। ਤਾਂ ਅਣਖੀ ਸਾਹਿਬ ਕਿਵੇਂ ਦੇਖਦੇ ਹੋ ਇਹ ਚੀਜ਼ਾਂ ਨੂੰ ਜਿਹੜੇ ਦੇਵ ਮਾਨ ਦੇ ਵੱਲੋਂ ਕੀਤੀਆਂ ਜਾ ਰਹੀਆਂ? ਸੁਖਵਿੰਦਰ ਜੀ ਇਸ ਸੰਬੰਧੀ ਮੈਨੂੰ ਹੋਰ ਗੱਲ ਇੱਕ ਯਾਦ ਆ ਗਈ ਆ, ਬੜੀ ਪੁਰਾਣੀ ਗੱਲ। ਮੈਂ ਲੱਗਾ ਕਰ ਪੁਰਾਣੀ ਗੱਲ, ਚਲੋ ਕੋਈ ਜ਼ਿਆਦਾ ਨਹੀਂ, ਮੈਂ ਸਫ਼ਰ ਕਰਦਾ ਰਿਹਾ ਕਾਲਜ ਤੋਂ, ਮੈਂ ਜਾਂਦਾ ਹਾਂ। ਤੇ ਉਸ ਸਮੇਂ ਦੇ ਵਿੱਚ ਰੋਡਵੇ ਦੇ ਜਿਹੜੇ ਕਨੈਕਟਰ ਹੁੰਦੇ ਸੀ, ਗਾਹ ਕਨੈਕਟਰ ਨੇ ਵੀ ਗਾਹ ਕਨੈਕਟਰ ਦਾ ਖਿਆਲ ਹੁੰਦਾ ਸੀ ਅੱਗੇ, ਜਾਂ ਪਟਵਾਰੀ ਨੇ, ਜਿਸ ਤਰ੍ਹਾਂ ਅੱਜ ਕੱਲ੍ਹ ਪਟਵਾਰੀ ਨੇ ਵੀ ਗਾਹ ਪਟਵਾਰੀ ਜਿਹੜੇ ਰੱਖੇ ਨੇ।
ਤਾਂ ਇਹ ਤਾਂ ਫਿਰ ਕੋਈ ਗੱਲ ਨਹੀਂ, ਜੇਕਰ ਕਿ ਐਮਐਲਏ ਦੇ ਗਾਂ ਇੰਚਾਰਜ ਰੱਖਦੇ ਨੇ ਤਾਂ ਇਹਦੇ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ। ਇਹ ਤਾਂ ਕਲਚਰ ਜਿਹੜਾ ਚੱਲਦਾ ਰਿਹਾ ਆ, ਇਹ ਗਾਂ ਵੀ ਚੱਲਣ। ਸਾਡੇ ਇਹ ਆ ਤੁਸੀਂ ਉਹਨਾਂ ਨੇ ਗੁਰਦੀਪ ਤੁਸੀਂ ਆ ਦੇਖੋ, ਗੁਰਦੀਪ ਟਿਵਾਣਾ ਨੂੰ ਬਾਲ ਵਿਕਾਸ ਦਾ ਲਾਇਆ ਗਿਆ, ਸੁਖਜੀਤ ਹਾਂਸ ਨੂੰ ਫੂਡ ਸਪਲਾਈ ਵਿਭਾਗ ਦਾ। ਫੂਡ ਸਪਲਾਈ ਦਾ ਜਿਹੜਾ ਮੰਤਰੀ ਹੁੰਦਾ, ਬਾਲ ਵਿਕਾਸ ਦਾ ਵੀ ਇੱਕ ਮੰਤਰੀ ਹੁੰਦਾ। ਇੱਧਰ ਪੰਚਾਇਤ ਵਿਭਾਗ ਦਾ ਇੰਚਾਰਜ ਗੁਰਦੀਪ ਸਿੰਘ ਦੀਪਾ ਰਾਮਗੜ੍ਹ ਨੂੰ ਪੰਚਾਇਤ ਮੰਤਰੀ ਅਲੱਗ ਹੁੰਦਾ ਹੈ। ਆਂਖੀ ਸਾਹਿਬ, ਇਹ ਜਿਹੜੇ ਲੱਖ ਜੀ ਲੱਖ ਜੀ ਵਿਭਾਗ ਆ ਦੇਖ ਲਓ। ਰੈਵਨਿਊ, ਜਿਵੇਂ ਰੈਵਨਿਊ ਮਿਨਿਸਟਰ ਹੈ, ਉਵੇਂ ਰੈਵਨਿਊ ਵਿਭਾਗ ਦਾ ਇੰਚਾਰਜ ਇਹਨਾਂ ਨੂੰ ਲਾ ਦਿੱਤਾ ਗਿਆ ਦੇਵ ਮਾਨ ਦੇ ਵੱਲੋਂ। ਤਾਂ ਹੋਰ ਵੀ ਬਹੁਤ ਸਾਰੇ ਇੰਚਾਰਜ ਲਾਏ ਗਏ ਆ। ਕਿਵੇਂ ਦੇ ਹੋਣ ਤਾਂ ਮੈਂ ਉੱਥੇ ਹੀ ਆ ਰਿਹਾ ਸੀ ਜੀ। ਸੁਖਵਿੰਦਰ ਜੀ, ਵਿੱਚ ਇੰਚਾਰਜ ਕੋਈ ਸ਼ਮਸ਼ਾਨ ਘਾਟ ਦਾ ਵੀ ਲਾਇਆ ਕਿ ਵੇਖੋ ਭਲਾ ਨਹੀਂ, ਕਿਉਂਕਿ ਉੱਥੇ ਦੇਵਮਾਨ ਦੇ ਏਰੀਏ 'ਚ ਸ਼ਮਸ਼ਾਨ ਘਾਟ ਵੀ ਹੋਗੇ, ਉੱਥੋਂ ਦਾ ਵੀ ਕੋਈ ਏਰੀਆ ਮਤਲਬ ਹੋ ਸਕਦਾ ਕਿ ਲਾਇਆ ਹੋਵੇ ਕਿ ਜਿਹੜਾ ਮਤਲਬ ਮੁਰਦਿਆਂ ਦਾ ਧਿਆਨ ਰੱਖਣਾ ਵੀ ਕਿੰਨੇ ਆਉਂਦੇ ਆ ਕਿੰਨੇ ਜਾਂਦੇ ਆ। ਇਹ ਤਾਂ ਉਸੇ ਤਰੀਕੇ ਦੀ ਜਿਸ ਤਰ੍ਹਾਂ ਖਾੜਕੂਵਾਦ ਦੇ ਸਮੇਂ ਦੇ ਵਿੱਚ ਸੈਲਫ ਸਟਾਈਲ ਏਰੀਆ ਕਮਾਂਡਰ ਹੁੰਦੇ ਸੀ ਨਾ, ਇਹ ਉਹਦਾ ਏਰੀਆ ਕਮਾਂਡਰ ਆ, ਉਹ ਏਰੀਆ ਕਮਾਂਡਰ ਆ, ਉਹਦਾ ਜਿਹੜਾ ਬ੍ਰਿਗੇਡੀਅਰ ਆ। ਤੇ ਚਲੋ ਦੇਵ ਮਾਨ ਹੁਣੀ ਜਿਹੜੀ ਇਹ ਗੱਲ ਕਰ ਰਹੇ ਆ, ਘੱਟ ਤੋਂ ਘੱਟ ਉਹ ਫੀਲਿੰਗ ਜਿਹੜੀ ਆ ਉਹ ਮੁੱਖ ਮੰਤਰੀ ਵਾਲੀ ਲੈ ਰਹੇ ਆ। ਸੁਖਵਿੰਦਰ ਜੀ, ਇਹ ਫੀਲਿੰਗ ਤੁਸੀਂ ਸਮਝੋ, ਦੇਵ ਮਾਨ ਦੀ ਜਿਹੜੀ ਫੀਲਿੰਗ ਆ ਨਾ, ਉਹ ਭਗਵੰਤ ਮਾਨ ਵਾਲੀ ਫੀਲਿੰਗ ਲੈਣ ਦੀ ਕੋਸ਼ਿਸ਼ ਆ ਕਿ ਜੇ ਭਗਵੰਤ ਮਾਨ ਮਹਿਕਮੇ ਵੰਡ ਸਕਦਾ, ਚਲੋ ਮੈਨੂੰ ਤਾਂ ਉਹਨੇ ਕੋਈ ਮਹਿਕਮਾ ਦਿੱਤਾ ਨਹੀਂ, ਤੇ ਮੈਂ ਚਲੋ ਆਪਣੇ ਬੰਦਿਆਂ ਨੂੰ ਕੋਈ ਇੰਚਾਰਜ ਬਣਾ ਦਾਂ, ਕੋਈ ਬਿਜਲੀ ਵਿਭਾਗ ਦਾ, ਕੋਈ ਕਿਸੇ ਦਾ, ਕੋਈ ਕਿਸੇ ਦਾ। ਇਹ ਤਾਂ ਇਹਨੂੰ ਕੀ ਕਹਿ ਸਕਦੇ, ਇਹ ਤਾਂ ਮਤਲਬ ਹਾਸੋ ਹੀ ਨਹੀਂ ਜੀ ਗੱਲ ਆ ਕਿ ਚਲੋ ਜੇ ਤੂੰ ਲਾ ਵੀ ਦਿੱਤੇ ਆ ਤਾਂ ਉਹਦੀ ਇਸ਼ਤਿਹਾਰੀਬਾਜ਼ੀ ਕਰਨ ਦੀ ਕੀ ਲੋੜ ਆ। ਆਮ ਤੌਰ ਤੇ ਇਸ ਤਰ੍ਹਾਂ ਦੀ ਪ੍ਰਵਿਰਤੀ ਜਿਹੜੀ ਹੁੰਦੀ ਹੈ ਨਾ ਸੁਖਵਿੰਦਰ ਜੀ, ਜਿਹੜੇ ਐਮਐਲਏ ਦੇ ਖਾਸ ਜਿਹੜੇ ਸੱਜੇ ਖੱਬੇ ਬਹਿਣ ਵਾਲੇ ਹੁੰਦੇ ਨੇ, ਉਹਨਾਂ ਨੂੰ ਵੈਸੇ ਹੀ ਕਹਿ ਦਿੰਦੇ ਐਮਐਲਏ ਕਿ ਹਾਂ ਵੀ ਕਾਕਾ ਯਾਰ ਤੇਰਾ ਉਹ ਏਰੀਆ ਹੀ ਲੁੱਟਮਾਰ ਕਰ ਲਓ, ਤੂੰ ਉਧਰ ਚ ਹੁੰਦਾ ਲੁੱਟਮਾਰ ਕਰ ਲਓ, ਕਿ ਜਿਹੜਾ ਹਿੱਸਾ ਪੱਤੀ ਜਿਹੜੀ ਆ ਠੀਕ ਤਰੀਕੇ ਨਾਲ ਉਦੋਂ ਤੱਕ ਪਹੁੰਚਦੀ ਰਵੇ ਤੇ ਐਮਐਲਏ ਦਾ ਜਿਹੜਾ ਟੌਰ ਆ ਉਸ ਮਹਿਕਮੇ ਦੇ ਉੱਤੇ ਬਣਿਆ ਰਹੇ ਤੇ ਹਰ ਮਹਿਕਮੇ ਦੀ ਜਿਹੜੀ ਰਿਪੋਰਟ ਆ ਉਹਦੇ ਕੰਨਾਂ ਤੱਕ ਪਹੁੰਚਦੀ ਰਹੇ। ਅਸਲ 'ਚ ਇਸ ਦੀ ਜਿਹੜਾ ਨਿਸ਼ਾਨਾ ਇਹ ਹੁੰਦਾ ਤੇ ਇਹ ਆਮ ਤੌਰ ਤੇ ਚੱਲਦਾ ਰਿਹਾ। ਪਰ ਜਿਸ ਤਰੀਕੇ ਨਾਲ ਉਹਨਾਂ ਨੇ ਇਸ਼ਤਿਹਾਰਬਾਜ਼ੀ ਕਰਕੇ ਹਰ ਬੰਦੇ ਨੂੰ ਇੱਕ ਅਹੁਦਾ ਦਿੱਤਾ ਤੇ ਸ਼ਾਇਦ ਉਹਨਾਂ ਨੇ ਸਹੁੰ ਵੀ ਚੁਕਾਈ ਹੋਵੇ। ਬਾਕੀ ਜਿਹੜੇ ਕੁਝ ਅਹੁਦੇ ਰਹਿ ਗਏ ਹੋਣਗੇ ਉਹ ਵੀ ਅਗਲੇ ਦਿਨਾਂ 'ਚ ਵੰਡੇ ਜਾਣਗੇ। ਇਹ ਦੇਵ ਮਾਨ ਦੀ ਜਿਹੜੀ ਮੈਨੂੰ ਸਥਿਤੀ ਇਸੇ ਤਰੀਕੇ ਦੀ ਲੱਗਦੀ ਕਿ ਜਿਹੜਾ ਮੁੱਖ ਮੰਤਰੀ ਦੀ ਉਹ ਫੀਲਿੰਗ ਲੈਣ ਦੀ ਜਿਹੜੀ ਕੋਸ਼ਿਸ਼ ਕਰਦੇ ਪਏ ਆ। ਔਰ ਇਸ ਤੋਂ ਵੱਡੀ ਬਚਕਾਨਾ ਜਾਂ ਹਾਸੋਹੀਣੀ ਸਥਿਤੀ ਇਹੋ ਜਿਹੇ ਨੇਤਾਵਾਂ ਦੀ ਕੀ ਹੋ ਸਕਦੀ ਆ। ਤੁਸੀਂ ਨਾ ਇਹ ਪੋਸਟਰ ਖਾ ਰਹੇ ਜੇ, ਉਦੋਂ ਵਿਧਾਨ ਸਭਾ ਦੇ ਵਿੱਚ ਇੱਕ ਐਮਐਲਏ ਜਿਹੜਾ ਉਹ ਇਹ ਬੋਲ ਰਿਹਾ ਸੀ ਕਿ ਜਿਹੜੀ ਫਿਰੋਜ਼ਪੁਰ ਦੀ ਧਰਤੀ ਬੜੀ ਪਵਿੱਤਰ ਧਰਤੀ ਆ, ਜਿੱਥੇ ਭਗਵੰਤ ਸਿੰਘ ਦੇ ਪਰਿਵਾਰ ਦੇ ਫੁੱਲ ਇੱਥੋਂ ਤੱਕ ਵੀਡੀਓ ਵੀ ਜਿਹੜਾ ਵਾਇਰਲ ਹੋਇਆ। ਸੋ ਬੜੇ ਬੜੇ ਨਗੀਨੇ ਨੇ ਇਸ ਵਿਧਾਨ ਸਭਾ ਦੇ ਵਿੱਚ। ਤਾਂ ਕੋਈ ਗੱਲ ਨਹੀਂ, ਸਭਾ ਵੇਖੋ, ਤੇਲ ਵੇਖੋ, ਤੇਲ ਦੀ ਧਾਰ ਵੇਖੋ ਜੀ। ਬਿਲਕੁਲ ਤਾਨਕੀ ਸਾਹਿਬ, ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਰਾਜਸਥਾਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ। ਤਦ ਤੱਕ ਦਿਓ ਇਜਾਜ਼ਤ। ਧੰਨਵਾਦ।